ਬੀਤੇ ਦਿਨੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਜੀ ਦੇ ਪਤੀ ਦਾ ਨਿਧਨ ਹੋਇਆ ਸੀ। ਸਵਰਨ ਸਿੰਘ ਭੰਗੂ ਜੀ ਦੀ ਮ੍ਰਿਤਕ ਦੇਹ ਨੂੰ ਮੋਹਾਲੀ ਦੇ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਡੋਨੇਟ ਕੀਤਾ ਗਿਆ ਸੀ। ਉਸ ਤੋਂ ਬਾਅਦ ਬਹੁਤ ਸਾਰੇ ਸਵਾਲ ਜ਼ਿਹਨ ਦੇ ਵਿੱਚ ਆਏ ਕਿ ਅੱਜਕੱਲ ਬਹੁਤ ਸਾਰੇ ਲੋਕ ਅਵੇਅਰ ਨੇ ਬੋਡੀ ਪਾਰਟਸ ਡੋਨੇਸ਼ਨ ਦੇ ਬਾਰੇ, ਬਟ ਬੋਡੀ ਡੋਨੇਟਸ ਬਾਰੇ ਅੱਜ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਇਹਦਾ ਪ੍ਰੋਸੈਸ ਕੀ ਰਹਿੰਦਾ ਹੈ, ਕਿਵੇਂ ਬੋਡੀ ਡੋਨੇਟ ਕੀਤੀ ਜਾ ਸਕਦੀ? जो बॉडी डोनेशन का प्रोसेस है, एक तो प्लेज होती है कि हाँ भी आई वांट टू डोनेट बॉडी फॉर द रिसर्च एंड दिस पर्पस, डिसेक्शन पर्पस। तो एक होता है कि आफ्टर डेथ उनके रिलेटिव्स उन्होंने एक हमारे पास अंडरटेकिंग फॉर्म होता है और वो अंडरटेकिंग फॉर्म जो उन्होंने रिलेटिव्स जो हैं वो डेड बॉडी सानू डोनेट करते हैं और वो लिखते हैं कि द बॉडी इज़ नाउ यूज्ड फॉर द रिसर्च पर्पस। ਜਦੋਂ ਉਹ ਡੋਨੇਸ਼ਨ ਦੇ ਦਿੰਦੇ ਆ ਫਿਰ ਆਪਾਂ ਇਹਨਾਂ ਦੇ ਅੰਦਰ ਕੈਮੀਕਲ ਡਾਲਦੇ ਹਾਂ ਤੇ ਕੈਮੀਕਲ ਨੂੰ ਆਪਾਂ ਬੋਲਦੇ ਹਾਂ ਇੰਬਾਮਿੰਗ ਫਲੂਇਡ। ਨਾਓ ਵੀ ਇੰਸਟਰਕਟ ਦ ਸਟੂਡੈਂਟਸ ਦੈਟ ਦਿਸ ਇਜ਼ ਨਾਟ ਅ ਬੋਡੀ, ਨਾਓ ਦਿਸ ਇਜ਼ ਅ ਪ੍ਰੀਜ਼ਰਵਡ ਬੋਡੀ ਐਂਡ ਯੂ ਕਾਲ ਇਟ ਕੈਡੇਵਰ ਐਂਡ ਯੂ ਟਰੀਟ ਇਟ ਵਿਦ ਰਿਸਪੈਕਟ, ਵਿਦ ਐਮਪੈਥੀ, ਵਿਦ ਗ੍ਰੈਟੀਟਿਊਡ, ਵਿਦ ਡਿਗਨਿਟੀ ਵਾਈਲ ਡੂਇੰਗ ਯੂਅਰ ਡਾਇਸੈਕਸ਼ਨਸ। ਬੱਚੇ ਜਦੋਂ ਡਿਸੈਕਸ਼ਨਸ ਕਰਦੇ ਨੇ ਉਹਨਾਂ ਬੋਡੀਜ਼ 'ਤੇ ਉਹ ਫੀਲ ਕਰਦੇ ਨੇ, ਉਹ ਡਿਫਰੈਂਟ ਰਿਲੇਸ਼ਨਸ ਦੇਖਦੇ ਨੇ ਤਾਂ ਉਹਨਾਂ ਨੂੰ ਬਹੁਤ ਕਲੈਰਿਟੀ ਹੁੰਦੀ ਹੈ। ਹਾਊ ਟੂ ਐਕਸਟ੍ਰੈਕਟ ਲੰਗਸ ਕਿਵੇਂ ਕੱਢਣੀਆਂ ਨੇ, ਹਾਰਟ ਕਿਵੇਂ ਕੱਢਣਾ, ਓਰੀਜਨਲ ਹਾਰਟ ਦੇਖਦੇ ਨੇ ਉਹ ਕਿ ਉਹਦੇ ਕਿਹੜੇ ਬਾਰਡਰਸ ਹੈ, ਕਿਹੜੇ ਸਰਫੇਸਿਸ ਨੇ, ਐਬਡੋਮਨ ਦੇ, ਲੀਵਰ, ਸਟਮਕ, ਕਿਡਨੀ, ਇੰਟੈਸਟਾਈਨ, ਸਾਰੇ ਅਸੀਂ ਸਪੈਸੀਮੈਨਸ ਉਹਨਾਂ ਨੂੰ ਐਜ਼ ਪਰ ਕਰੀਕੂਲਮ ਸਾਡਾ ਇੱਕ ਸਕੈਡਿਊਲ ਬਣਦਾ, ਉਹਦੇ ਅਕੋਰਡਿੰਗ ਅਸੀਂ ਸਾਰਾ ਉਹਨਾਂ ਨੂੰ ਪੂਰੇ 1 ਈਅਰ 'ਚ ਪੜ੍ਹਾਉਂਦੇ ਹਾਂ। ਬੋਡੀ ਦੀ ਡਾਇਸੈਕਸ਼ਨ ਕਿੰਨਾ ਪ੍ਰੋਸੀਜਰ ਰਹਿੰਦਾ ਹੈ, ਲਾਈਕ ਕਿੰਨੇ ਟਾਈਮ ਉਹ ਯੂਜ਼ ਹੁੰਦੀ? ਇੱਕ ਬੋਡੀ ਦੀ ਅਸੀਂ ਹੁਣ ਕੈਮੀਕਲ ਪਾ ਕੇ ਬੋਡੀ ਨੂੰ ਰੱਖਤਾ, ਵੀ ਕੈਨ ਪ੍ਰੀਜ਼ਰਵ ਇਟ ਫॉर ਈਅਰਸ। ਤਾਂ ਟੋਟਲ 5-6 ਬੋਡੀਜ਼ ਨਿਕਾਲਦੇ ਹਾਂ ਫॉर 100 ਸਟੂਡੈਂਟਸ ਤੇ ਉਹ ਪੂਰਾ 1 ਈਅਰ ਸਾਡੀ ਬੋਡੀ ਜੋ ਹੈ ਸਾਡੀ ਹੈਲਪ ਕਰਦੀ ਹੈ ਟੂ ਟੀਚ ਦ ਮੈਡੀਕਲ ਗ੍ਰੈਜੂਏਟਸ। ਬਾਅਦ ਉਸ ਬੋਡੀ ਦਾ ਕੀ ਕੀਤਾ ਜਾਂਦਾ? ਉਸ ਬੋਡੀ ਦੇ ਅਸੀਂ ਵਿਸਰਾਜ਼ ਨੂੰ ਨਿਕਾਲਦੇ ਹਾਂ, ਉਸ ਵਿਸਰਾਜ਼ ਨੂੰ ਅਸੀਂ ਪ੍ਰੀਜ਼ਰਵ ਕਰਦੇ ਹਾਂ। ਸਾਡਾ ਇੱਕ ਮਿਊਜ਼ੀਅਮ ਹੈ, ਐਨੈਟਮੀ ਮਿਊਜ਼ੀਅਮ, ਉਹਦੇ ਵਿੱਚ ਅਸੀਂ ਫਾਰਮਲਿਨ ਪਾ ਕੇ ਉਹ ਸਾਰੇ ਵਿਸਰਾਜ਼ ਨੂੰ ਪ੍ਰੀਜ਼ਰਵ ਕਰਦੇ ਹਾਂ। ਕੁਛ ਨੂੰ ਅਸੀਂ ਸਟੋਰ ਕਰਦੇ ਹਾਂ ਤਾਂ ਕਿ ਬੱਚੇ ਰਿਵੀਜ਼ਨ ਕਰਨ ਹਾਊ ਟੂ ਹੋਲਡ ਦੋਜ਼ ਵਿਸਰਾਜ਼ ਇਨ ਦਾ ਐਨੈਟਮੀਕਲ ਪੋਜੀਸ਼ਨ। ਠੀਕ ਹੈ, ਉਸ ਤੋਂ ਬਾਅਦ ਜੋ ਮਸਲ ਮਾਸ ਔਰ ਬੋਨਸ ਰਹਿ ਗਈਆਂ ਆਫਟਰ ਦਾ ਡਿਸੈਕਸ਼ਨ ਵੀ ਟੇਕ ਦੈਟ ਔਰ ਬਰੀ ਇਨ ਦਾ ਬਰੀਅਲ ਗਰਾਊਂਡ ਔਰ ਉਹਦੇ ਵਿੱਚ ਅਸੀਂ ਇਹ ਸਾਰੀਆਂ ਡਾਇਸੈਕਟਿਡ ਬੋਡੀਜ਼ ਨੂੰ ਬਰੀ ਕਰ ਦਿੰਦੇ ਹਾਂ ਔਰ ਉਸ ਤੋਂ ਬਾਅਦ ਹਾਂਜੀ ਦਫਨਾ ਦਿੰਦੇ ਹਾਂ। 6 ਮਹੀਨੇ ਤੋਂ 1 ਸਾਲ ਦੇ ਅੰਦਰ ਅੰਦਰ ਅਸੀਂ ਸਕੈਲੇਟਨ ਪ੍ਰੋਕਿਓਰ ਕਰਦੇ ਹਾਂ ਅਤੇ ਅਸੀਂ 1% ਬੋਡੀ ਦਾ ਅਸੀਂ ਵੇਸਟ ਨਹੀਂ ਕਰਦੇ। ਅਸੀਂ ਇੱਕ ਚੀਜ਼ ਬੋਡੀ ਦੀ ਯੂਟੀਲਾਈਜ਼ ਕਰਦੇ ਹਾਂ ਕਿਉਂਕਿ ਜਿਸਨੇ ਬੋਡੀ ਡੋਨੇਟ ਕੀਤੀ ਹੈ ਉਸਨੇ ਵੀ ਬਹੁਤ, ਤੁਸੀਂ ਮੰਨ ਸਕਦੇ ਹੋ ਕਿ ਬਹੁਤ ਬੜਾ ਕੰਮ ਕੀਤਾ ਅਤੇ ਅਸੀਂ ਵੀ ਉਹਦਾ ਪੂਰਾ ਯੂਜ਼ ਕਰਦੇ ਹਾਂ ਕਿ ਸਾਡੇ ਬੱਚੇ ਅੱਛਾ ਪੜ੍ਹਨ, ਅੱਛੀਆਂ ਡਾਇਸੈਕਸ਼ਨਸ ਕਰਨ ਔਰ ਅੱਛੇ ਡਾਕਟਰਸ ਬਣਨ। ਸਕੈਲੇਟਨ ਪ੍ਰੀਪੇਅਰ ਕਰ ਲਿਆ ਨਾ, ਉਹ ਕਿੰਨੀ ਦੇਰ ਫਿਰ ਤੁਸੀਂ ਸੰਭਾਲ ਕੇ ਰੱਖਦੇ ਹੋ? ਥਰੂ ਆਊਟ ਕਿਤਨੇ ਈਅਰਸ ਤੁਸੀਂ ਰੱਖ ਸਕਦੇ ਹੋ ਮੈਮ। ਹਾਂਜੀ ਹਾਂ, ਹੁਣ ਸਾਡੇ ਸਕੈਲੇਟਨ ਪਏ ਨੇ ਸਾਲੋਂ ਸਾਲ ਰਹੇ ਜਦ ਤੱਕ ਡਿਪਾਰਟਮੈਂਟ 'ਤੇ ਰਹੇਗਾ ਕਿਉਂਕਿ ਹੁਣ ਉਹ ਬੋਨਸ ਪ੍ਰੀਜ਼ਰਵਡ ਨੇ, ਉਹਨੂੰ ਅਸੀਂ ਵਾਰਨਿਸ਼ ਕਰਤਾ, ਪੇਂਟ ਕਰਤਾ, ਹੁਣ ਉਹਨਾਂ 'ਚ ਕੋਈ ਮੈਗਟਸ ਨਹੀਂ, ਕੁਛ ਨਹੀਂ ਹੋਣਾ, ਦੇ ਆਰ ਪ੍ਰੀਜ਼ਰਵਡ। ਜਿਵੇਂ ਹੁਣ ਕੁਝ ਏਜ ਵਗੈਰਾ ਰਹਿੰਦੀ ਹੈ ਕਿ ਇੰਨੇ ਏਜ ਦੀ ਹੀ ਬੋਡੀ ਨੂੰ ਅਸੀਂ ਡੋਨੇਸ਼ਨ ਲਈ ਲੈ ਸਕਦੇ ਹਾਂ ਜਾਂ ਫਿਰ ਬੋਡੀ ਪ੍ਰੋਪਰ ਸਹੀ ਹੋਣੀ ਚਾਹੀਦੀ ਹੈ, ਕਿਸੇ ਤਰੀਕੇ ਦੀ ਇੰਜਰੀ ਨਾ ਰਹੀ ਹੋਵੇ? ਤਾਂ ਸਾਡੀ ਇਹ ਲਿਮਿਟੇਸ਼ਨ ਹੈ ਕਿ ਅਸੀਂ ਐਕਸੀਡੈਂਟਲ ਬੋਡੀਜ਼ ਨਹੀਂ ਲੈਂਦੇ, ਅਸੀਂ MLC ਕੇਸਿਸ ਨਹੀਂ ਲੈਂਦੇ। ਠੀਕ ਹੈ, ਅਗਰ ਕੋਈ ਕੌਨਸਪੀਰੇਸੀ ਹੈ ਜਾਂ ਕੋਈ ਜੈਸੇ ਸੈਪਟਿਕ ਸ਼ੌਕ ਹੈ, ਸੈਪਟੀਸੀਮੀਆ ਹੈ, ਉਹ ਬੋਡੀ ਅਨਫਿਟ ਫॉर ਇੰਬਾਮਿੰਗ ਹੈ ਤਾਂ ਅਸੀਂ ਪਹਿਲਾਂ ਇੱਕ ਵਾਰੀ ਦੇਖਦੇ ਹਾਂ, ਸਾਰੀ ਹਿਸਟਰੀ ਦੇਖਦੇ ਹਾਂ ਪੇਸ਼ੈਂਟ ਦੀ, ਡੈਥ ਸਰਟੀਫਿਕੇਟ ਦੇਖਦੇ ਹਾਂ, ਉਹਨਾਂ ਦੇ ਰਿਸ਼ਤੇਦਾਰਾਂ ਨਾਲ ਗੱਲ ਕਰਦੇ ਹਾਂ ਤਾਂ ਸਾਰੇ ਕਾਗਜ਼, ਸਾਡਾ ਇੱਕ ਫਾਰਮਸ ਹੁੰਦੇ ਆ, ਉਹ ਸਾਰੇ ਫਾਰਮਸ ਨੂੰ ਅਸੀਂ ਸਾਰਾ ਕਰਕੇ ਉਸ ਤੋਂ ਬਾਅਦ ਅਸੀਂ ਬੋਡੀ ਡੋਨੇਸ਼ਨ ਲਈ ਲੈਂਦੇ ਹਾਂ। ਲੱਗਦਾ ਹੈ ਕਿ ਹਜੇ ਵੀ ਲੋਕ ਬਹੁਤ ਅਨਅਵੇਅਰ ਨੇ ਇਸ ਬਾਰੇ ਨੇ ਐਂਡ ਜਿਹਦੇ ਕਰਕੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਵੀ ਇਨ ਫਿਊਚਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ। ਸਾਡੀ ਐਜ਼ ਪਰ NMC ਨੋਰਮਸ ਸਾਨੂੰ 10 ਬੋਡੀਜ਼ ਪਰ ਈਅਰ ਚਾਹੀਦੀਆਂ ਨੇ, ਲੇਕਿਨ ਅਸੀਂ ਕੁਝ ਸੰਸਥਾਵਾਂ ਨਾਲ ਵੀ ਜੁੜੇ ਹੋਏ ਹਾਂ ਜਿਵੇਂ ਪ੍ਰਭ ਆਸਰਾ, ਡੇਰਾ ਸੱਚਾ ਸੌਦਾ। ਉੱਥੇ ਉਹਨਾਂ ਨੇ ਸਾਰਿਆਂ ਨੇ ਬੋਡੀ ਪਲੇਜ ਕੀਤੀ ਹੋਈ ਹੈ ਕਿ ਸਾਡੀ ਬੋਡੀ ਯੂਜ਼ ਹੋਊਗੀ ਫॉर ਦਾ ਡਿਸੈਕਸ਼ਨ, ਫॉर ਦਾ ਟੀਚਿੰਗ ਲਰਨਿੰਗ ਪਰਪਜ਼ ਇਨ ਦਾ ਮੈਡੀਕਲ ਕਾਲਜ। ਲੇਕਿਨ ਫਿਰ ਵੀ ਕਈ ਲੋਕ, ਇਹ ਸਭ ਦਾ ਆਪਣਾ ਪਰਸਨਲ ਹੈ ਮੈਮ। ਕੁਝ ਡਰ ਸੀ ਜਦੋਂ ਫਸਟ ਟਾਈਮ ਨਾ ਇੱਕ ਬੋਡੀ ਨੂੰ ਦੇਖ ਕੇ ਉਹਨੂੰ ਡਾਇਸੈਕਸ਼ਨ ਕੀਤੀ? ਇਸ ਤਰ੍ਹਾਂ ਦਾ ਸਾਡੇ ਮਨ 'ਚ ਕੋਈ ਡਰ ਨਹੀਂ ਹੈਗਾ। ਦੇਖੋ ਸ਼ਾਇਦ ਉਹ ਸਾਨੂੰ ਰੱਬ ਨੇ ਇਸ ਫੀਲਡ 'ਚ ਭੇਜਿਆ, ਉਹ ਦਿਲ ਪੱਕਾ ਕਰਕੇ ਭੇਜਿਆ। ਇਸ ਤਰ੍ਹਾਂ ਦਾ ਕੋਈ ਡਰ ਨਹੀਂ ਕਿ ਬੋਡੀਜ਼ ਹੈ ਸਾਡੇ ਲਈ, ਇਹ ਸਾਡਾ ਟੀਚਿੰਗ ਮਟੀਰੀਅਲ ਹੈ,
ਠੀਕ ਹੈ ਨਾ। ਔਰ ਇਹੋ ਜਿਹਾ ਟੀਚਿੰਗ ਮਟੀਰੀਅਲ ਹੈ ਜਿਸ ਦਾ ਅਸੀਂ ਕੋਈ ਉਹ ਨਹੀਂ ਕਰ ਸਕਦੇ, ਰੀਪੇ ਬੈਕ ਨਹੀਂ ਕਰ ਸਕਦੇ। ਗ੍ਰੈਟੀਟਿਊਡ ਇੰਨਾ ਸਾਨੂੰ, ਫਿਰ ਇਹਨਾਂ ਤੋਂ ਕੀ ਡਰਨਾ। ਇਨਸਾਨ ਦੀ ਜ਼ਿੰਦਗੀ ਤਾਂ ਇੱਕ ਦਿਨ ਮੁੱਕ ਜਾਂਦੀ ਹੈ, ਪਰ ਉਸ ਦੀ ਦੇਹ ਕਿਸੇ ਹੋਰ ਦੇ ਲਈ ਗਿਆਨ, ਸਿੱਖਿਆ ਅਤੇ ਸੇਵਾ ਦਾ ਸਾਧਨ ਬਣ ਜਾਂਦੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗਾਇਨ ਤੇ ਅੱਜ ਇੱਕ ਅਜਿਹੇ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਜਾ ਰਹੀ ਹਾਂ ਜੋ ਕਿ ਮੌਤ ਤੋਂ ਬਾਅਦ ਵੀ ਮਨੁੱਖਤਾ ਦੀ ਸੇਵਾ ਦੇ ਨਾਲ ਜੁੜਿਆ ਹੋਇਆ ਹੈ। ਅੰਗਦਾਨ ਦੇ ਬਾਰੇ ਤਾਂ ਅਸੀਂ ਸਭ ਕੁਝ ਜਾਣਦੇ ਹੀ ਹਾਂ, ਪਰ ਦੇਹ ਦਾਨ ਦੇ ਬਾਰੇ ਬਹੁਤ ਘੱਟ ਲੋਕ ਅੱਜ ਵੀ ਅਵੇਅਰ ਨੇ। ਦੇਹ ਦਾਨ ਕਿੰਨਾ ਜ਼ਰੂਰੀ ਹੈ, ਕਿਵੇਂ ਕੀਤਾ ਜਾ ਸਕਦਾ ਹੈ ਅਤੇ ਦੇਹ ਦਾਨ ਕਰਨ ਤੋਂ ਬਾਅਦ ਕਿਵੇਂ ਉਹ ਮੈਡੀਕਲ ਰਿਸਰਚ ਸਾਇੰਸਿਸ ਦੇ ਵਿੱਚ ਅਨੇਕਾਂ ਲੋਕਾਂ ਦੇ ਲਈ ਮਦਦਗਾਰ ਸਾਬਿਤ ਹੁੰਦਾ ਹੈ, ਇਹ ਸਾਰੇ ਸਵਾਲਾਂ ਦੇ ਜਵਾਬ ਅੱਜ ਅਸੀਂ ਹਾਸਲ ਕਰਾਂਗੇ। ਬੀਤੇ ਦਿਨੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਜੀ ਦੇ ਪਤੀ ਦਾ ਨਿਧਨ ਹੋਇਆ ਸੀ। ਸਵਰਨ ਸਿੰਘ ਭੰਗੂ ਜੀ ਦੀ ਮ੍ਰਿਤਕ ਦੇਹ ਨੂੰ ਮੋਹਾਲੀ ਦੇ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਡੋਨੇਟ ਕੀਤਾ ਗਿਆ ਸੀ। ਉਸ ਤੋਂ ਬਾਅਦ ਬਹੁਤ ਸਾਰੇ ਸਵਾਲ ਜ਼ਿਹਨ ਦੇ ਵਿੱਚ ਆਏ ਕਿ ਆਖਿਰਕਾਰ ਦੇਹ ਦਾਨ ਕਿੰਨਾ ਲਾਜ਼ਮੀ ਹੈ ਔਰ ਉਸ ਤੋਂ ਬਾਅਦ ਕੀ ਉਹਦਾ ਪ੍ਰਕਿਰਿਆ ਰਹਿੰਦੀ ਹੈ, ਕਿਵੇਂ ਉਹ ਕੀਤਾ ਜਾ ਸਕਦਾ ਹੈ। ਆਓ ਇਹ ਸਾਰੇ ਸਵਾਲ ਜਾਣਦੇ ਹਾਂ। ਡਾਕਟਰ BR ਅੰਬੇਦਕਰ ਏਮਜ਼ ਮੋਹਾਲੀ ਹਸਪੀਟਲ ਤੋਂ ਮੇਰੇ ਨਾਲ ਅਨਾਟਮੀ ਡਿਪਾਰਟਮੈਂਟ ਤੋਂ ਡਾਕਟਰ ਰੀਨਾ ਨੇ। ਸਤਿ ਸ਼੍ਰੀ ਅਕਾਲ ਜੀ। ਮੈਮ, ਜਿਵੇਂ ਮੈਂ ਕਿਹਾ ਨਾ ਕਿ ਅੱਜ ਕੱਲ੍ਹ ਬਹੁਤ ਸਾਰੇ ਲੋਕ ਅਵੇਅਰ ਨੇ ਬੋਡੀ ਪਾਰਟਸ ਡੋਨੇਸ਼ਨ ਦੇ ਬਾਰੇ, ਬਟ ਬੋਡੀ ਡੋਨੇਟਸ ਬਾਰੇ ਅੱਜ ਵੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਇਹਦਾ ਪ੍ਰੋਸੈਸ ਕੀ ਰਹਿੰਦਾ ਹੈ, ਕਿਵੇਂ ਬੋਡੀ ਡੋਨੇਟ ਕੀਤੀ ਜਾ ਸਕਦੀ ਹੈ? जो बॉडी डोनेशन का प्रोसेस है, एक तो प्लेज होती है कि पहले ही लोगों ने प्लेज कर, जैसे उनके हस्बैंड ने प्लेज कर ली हो कि हाँ भी आई वांट टू डोनेट बॉडी फॉर द रिसर्च एंड दिस पर्पस, डिसेक्शन पर्पस। तो एक होता है कि आफ्टर डेथ उनके रिलेटिव्स, उन्होंने एक हमारे पास अंडरटेकिंग फॉर्म होता है और वो अंडरटेकिंग फॉर्म जो उन्होंने रिलेटिव्स जो हैं वो डेड बॉडी सानू डोनेट करते हैं और वो लिखते हैं कि the body is now used for the research purpose, for the dissection purpose and for teaching the students, medical students, because क्या होता है कि ये जो body है उसके बाद अब ये body नहीं है। ਜਦੋਂ ਉਹ ਡੋਨੇਸ਼ਨ ਦੇ ਦਿੰਦੇ ਆ ਫਿਰ ਆਪਾਂ ਇਹਨਾਂ ਦੇ ਅੰਦਰ ਕੈਮੀਕਲ ਡਾਲਦੇ ਆ ਤੇ ਕੈਮੀਕਲ ਨੂੰ ਆਪਾਂ ਬੋਲਦੇ ਆ ਇੰਬਾਮਿੰਗ ਫਲੂਇਡ। ਠੀਕ ਹੈ, ਜਦੋਂ ਉਹ ਡੋਨੇਸ਼ਨ ਕਰ ਦਿੰਦੇ ਆ ਫਿਰ ਅਸੀਂ ਛੋਟੀ ਜੀ ਪ੍ਰੇਅਰ ਕਰਦੇ ਆ, ਓਮ ਸ਼ਾਂਤੀ ਗਾਇਤਰੀ ਮੰਤਰ ਦਾ ਪਾਠ ਕਰਕੇ ਅਸੀਂ ਉਸ ਬੋਡੀ ਦੇ ਵਿੱਚ ਇੱਕ ਸਾਡੇ ਕੋਲ ਮਸ਼ੀਨ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਇੰਬਾਮਿੰਗ ਮਸ਼ੀਨ। ਉਸ ਇੰਬਾਮਿੰਗ ਮਸ਼ੀਨ ਦੇ ਰਾਹੀਂ ਅਸੀਂ 8 ਤੋਂ 10 ਲੀਟਰਸ ਇੰਬਾਮਿੰਗ ਫਲੂਇਡ ਇੰਜੈਕਟ ਕਰਦੇ ਹਾਂ। ਔਰ ਉਹ ਇੰਬਾਮਿੰਗ ਫਲੂਇਡ ਦੇ ਵਿੱਚ ਕੀ ਹੁੰਦਾ, ਇੱਕ ਫਾਰਮਲਿਨ ਹੈ। ਠੀਕ ਹੈ, ਫਾਰਮਲਿਨ ਜੋ ਹੁੰਦੀ ਹੈ ਉਹ ਡੀਕੰਪੋਜੀਸ਼ਨ ਨੂੰ ਪ੍ਰੀਵੈਂਟ ਕਰਦੀ ਹੈ। ਤੁਹਾਨੂੰ ਪਤਾ ਹੈ ਕਿ ਇੱਕਦਮ ਜਦੋਂ ਡੈਥ ਹੋ ਜਾਂਦੀ ਹੈ ਵਿਦਿਨ ਫਿਊ ਆਵਰਸ, ਨਹੀਂ ਤਾਂ ਬੋਡੀ 'ਚੋਂ ਸਮੈਲ ਆਉਣ ਲੱਗ ਜਾਂਦੀ ਹੈ। ਘਰ ਦੇ ਵੀ ਕਹਿੰਦੇ ਨੇ ਕਿ ਹੁਣ ਜੀ ਕ੍ਰੀਮੇਸ਼ਨ ਕਰੋ। ਅਤੇ ਜਦੋਂ ਬੋਡੀ ਡੋਨੇਟ ਕਰ ਦਿੰਦੇ, ਅਨੈਟਮੀ ਡਿਪਾਰਟਮੈਂਟ 'ਚ ਆ ਜਾਂਦੀ ਹੈ, ਫਿਰ ਅਸੀਂ ਉਸ ਬੋਡੀ ਦੇ ਅੰਦਰ ਇੱਕ ਫਲੂਇਡ ਇੰਜੈਕਟ ਕਰਦੇ ਹਾਂ ਔਰ ਇਸ ਟੈਕਨੀਕ ਨੂੰ ਅਸੀਂ ਕਹਿੰਦੇ ਹਾਂ ਇੰਬਾਮਿੰਗ। ਉਸ ਦੇ ਥਰੂ ਅਸੀਂ ਫਾਰਮਲਿਨ, ਗਲਿਸਰੋਲ, ਅਸੀਂ ਮਿਥੇਨੋਲ, ਇਥੇਨੋਲ ਪਾਉਂਦੇ ਹਾਂ, ਫਿਰ ਅਸੀਂ ਥਾਈਮੋਲ ਕ੍ਰਿਸਟਲਸ ਪਾਉਂਦੇ ਹਾਂ ਔਰ ਵਾਟਰ ਦੇ ਨਾਲ ਇੱਕ ਸੋਲਿਊਸ਼ਨ ਬਣਾਉਂਦੇ ਹਾਂ ਔਰ ਉਸ ਸੋਲਿਊਸ਼ਨ ਇੱਕ ਸਾਡੇ ਕੋਲ ਮਸ਼ੀਨ ਹੈ ਜਿਸ ਨੂੰ ਆਪਾਂ ਬੋਲਦੇ ਹਾਂ ਇੰਬਾਮਿੰਗ ਮਸ਼ੀਨ। ਉਸ ਦੇ ਥਰੂ ਅਸੀਂ ਫੈਮੋਰਲ ਆਰਟਰੀ ਜਾਂ ਫਿਰ ਕੈਰੋਟਿਡ ਆਰਟਰੀ ਦੇ ਥਰੂ ਉਹ ਫਲੂਇਡ ਇੰਜੈਕਟ ਕਰਦੇ ਹਾਂ। ਫਿਰ ਇਸ ਦੇ ਨਾਲ ਕੀ ਹੁੰਦਾ ਕਿ ਜੋ ਬੋਡੀ ਦੇ ਅੰਦਰ ਜੋ ਬਲੱਡ ਹੈ ਇਨ ਦਾ ਆਰਟਰੀਜ਼, ਦੈਟ ਇਜ਼ ਰਿਪਲੇਸਡ ਬਾਈ ਦੈਟ ਕੈਮੀਕਲ and now the body is no more the body, now it become a preserved dead body and we have one specific terminology for that, that is cadaver. Now we instruct the students that this is not a body, now this is a preserved body and you call it cadaver and you treat it with respect, with empathy, with gratitude, with dignity while doing your dissections as prescribed in the curriculum. तो ਸਭ ਤੋਂ ਪਹਿਲਾਂ ਅਸੀਂ ਜਦੋਂ ਬੋਡੀ ਦੇ ਅੰਦਰ ਫਲੂਇਡ ਪਾ ਦਿੰਦੇ ਹਾਂ ਉਸ ਨੂੰ ਅਸੀਂ ਫਿਰ ਟੈਂਕ ਰੂਮ 'ਚ ਸਾਡੇ ਬੋਡੀ ਜਿੱਥੇ ਅਸੀਂ ਪ੍ਰੀਜ਼ਰਵ ਕਰਦੇ ਹਾਂ ਅਸੀਂ ਉਹਦੇ ਵਿੱਚ ਰੱਖ ਦਿੰਦੇ ਹਾਂ। ਫਿਰ ਸਾਡੇ ਕੋਲ MBBS ਬੈਚ ਆਉਂਦਾ। ਸਭ ਤੋਂ ਪਹਿਲਾਂ ਅਸੀਂ ਇੱਕ ਕੈਡੇਵਰਿਕ ਓਥ, ਸਾਡੇ ਕਰੀਕੂਲਮ 'ਚ ਇੱਕ ਪਾਰਟ ਹੈ ਕੈਡੇਵਰ ਐਜ਼ ਅ ਫਸਟ ਟੀਚਰ, that is the part of ATCOM module which is introduced by NMC ਔਰ ਉਹਦੇ ਵਿੱਚ ਅਸੀਂ ਅੱਜ ਕੱਲ੍ਹ ਦੇ ਮੈਡੀਕਲ ਡਾਕਟਰਸ ਨੂੰ ਕੀ ਸਿਖਾਉਂਦੇ ਹਾਂ। ATCOM means attitude. What is your attitude towards treating patients? Then ethics. What are the ethics that you have to follow? And professionalism. तो उसके अंडर साढ़े anatomy department के अंदर कुछ modules ने, ਉਹਦੇ ਵਿੱਚ ਹੈ cadaver is your first teacher। ਅਸੀਂ ਬੱਚਿਆਂ ਨੂੰ ਪੂਰਾ ਇੱਕ ਸਰਕਲ ਬਣਾ ਕੇ ਉਹਨਾਂ ਬੋਡੀਜ਼ ਦੀ ਓਥ ਦਿਲਾਉਂਦੇ ਹਾਂ, ਪਲੈਜ ਦਿਲਾਉਂਦੇ ਹਾਂ that you are going to respect this body।
ਉਹ ਪੂਰਾ ਉਹਨਾਂ ਦੀ ਰਿਸਪੈਕਟ ਕਰਦੇ ਨੇ। ਡਿਸੈਕਸ਼ਨ ਕਰਨ ਤੋਂ ਪਹਿਲਾਂ ਇੱਕ ਛੋਟੀ ਪ੍ਰੇਅਰ ਕਰਦੇ ਹੈ ਔਰ ਫਿਰ ਡਾਇਸੈਕਸ਼ਨ ਕਰਦੇ ਹੈ ਵਿਦ ਅਟਮੋਸਟ ਕੇਅਰ ਐਂਡ ਐਂਪਥੀ। ਸਾਡੀਆਂ ਕੁਝ ਗਾਈਡਲਾਈਨਸ ਨੇ, ਅਸੀਂ ਡੀ ਹਾਲ 'ਚ ਬੱਚਿਆਂ ਨੂੰ ਜਦੋਂ ਲੈ ਕੇ ਜਾਂਦੇ ਹਾਂ ਅਸੀਂ ਉਹਨਾਂ ਨੂੰ ਉਸ ਗਾਈਡਲਾਈਨਸ ਦੱਸਦੇ ਹਾਂ ਅਤੇ ਐਸ਼ੋਰ ਕਰਦੇ ਹਾਂ ਦੈਟ ਦੇ ਸ਼ੁੱਡ ਫੋਲੋ ਦੈਟ। ਫਿਰ ਕਿਆ ਹੁੰਦਾ ਹੈ, ਓਥ ਕਰਨ ਤੋਂ ਬਾਅਦ ਅਸੀਂ ਉਹਨਾਂ ਨੂੰ, ਜਿਵੇਂ ਸਾਡਾ ਕਰਿਕੂਲਮ ਹੈ, ਜਿਵੇਂ ਅਪਰ ਲਿੰਬ ਦੀ ਡਾਇਸੈਕਸ਼ਨ, ਸਾਰੇ ਅਪਰ ਲਿੰਬ ਦੇ ਮਸਲਸ ਲੇਅਰ ਵਾਈਜ਼ ਬੱਚੇ ਡਾਇਸੈਕਟ ਕਰਦੇ ਨੇ। ਹੁਣ ਉਹ ਬੋਡੀ ਤਾਂ ਬੋਡੀ ਨਹੀਂ, ਹੁਣ ਉਹ ਕੈਡੇਵਰ ਹੈ ਔਰ ਉਹਦੇ ਵਿੱਚ ਕੋਈ ਸਮੈਲ ਨਹੀਂ ਹੈ, ਉਹਦੇ ਵਿੱਚ ਹੁਣ ਕੈਮੀਕਲ ਹੈ, ਸਾਰੀ ਜੋ ਤੁਹਾਡਾ ਬਲੱਡ ਹੈ ਦੈਟ ਇਜ਼ ਰਿਪਲੇਸਡ ਬਾਈ ਦੈਟ ਕੈਮੀਕਲ ਵਿਚ ਇਜ਼ ਨੋਨ ਐਜ਼ ਇੰਬਾਮਿੰਗ ਫਲੂਇਡ। ਤਾਂ ਬੱਚੇ ਸਟੈਪ ਬਾਈ ਸਟੈਪ ਸਾਰੀ ਡਿਸੈਕਸ਼ਨ ਕਰਦੇ ਨੇ, ਸਾਰੇ ਮਸਲਸ ਦੇਖਦੇ ਨੇ, ਹਾਊ ਟੂ ਫੀਲ ਦਾ ਆਰਟਰੀ, what is the difference between artery and vein, how will you differentiate between artery and the nerve by feeling। जैसे आर्टरी द ल्यूमन है, आर्टरी इलास्टिक इन नेचर है, नर्व्स दे आर लाइक थिक कॉर्ड्स। तो डिफरेंस उन्होंने ਤਾਂ ਹੀ ਪਤਾ ਲੱਗਦਾ ਜੇ ਉਹ ਬੋਡੀ ਡੋਨੇਟ ਹੋਈ, ਜੇ ਉਹ ਬੋਡੀ ਡੋਨੇਟ ਹੋਈ ਔਰ ਬੱਚਿਆਂ ਨੂੰ ਮੌਕਾ ਮਿਲਿਆ ਕਿ ਉਹਦੇ 'ਤੇ ਡਿਸੈਕਸ਼ਨ ਕਰਨ। ਨਹੀਂ ਤਾਂ ਅੱਜ ਕੱਲ੍ਹ ਸਾਡੇ ਕੋਲ ਅਨੈਟਮੇਜ ਹੈ, 3D ਐਪਸ ਨੇ, ਇੰਨਾ ਕੁਛ ਹੈ ਮੈਰੋ 'ਚ ਆਪਾਂ ਜਿਹੜਾ ਦੇਖਦੇ ਹਾਂ, ਪਰ ਜੋ ਫੀਲ ਜਿਹੜਾ, ਕਿਉਂਕਿ ਅਲਟੀਮੇਟਲੀ ਵੀ ਆਰ ਟਰੀਟਿੰਗ ਦਾ ਪੇਸ਼ੈਂਟ, ਵੀ ਆਰ ਡੂਇੰਗ ਸਰਜਰੀਜ਼। ਬੱਚੇ ਜਦੋਂ ਡਿਸੈਕਸ਼ਨਸ ਕਰਦੇ ਨੇ ਉਹਨਾਂ ਬੋਡੀਜ਼ 'ਤੇ, ਉਹ ਫੀਲ ਕਰਦੇ ਨੇ, ਉਹ ਡਿਫਰੈਂਟ ਰਿਲੇਸ਼ਨਸ ਦੇਖਦੇ ਨੇ, ਤਾਂ ਉਹਨਾਂ ਨੂੰ ਬਹੁਤ ਕਲੈਰਿਟੀ ਹੁੰਦੀ ਹੈ ਇੱਕ ਇੱਕ ਚੀਜ਼ ਦੀ। ਜੋ ਪੜ੍ਹ ਰਹੇ ਨੇ ਉਹ ਉੱਥੇ ਫਿਰ ਪ੍ਰੈਕਟੀਕਲ 'ਚ ਆ ਕੇ ਉਹ ਸਾਰਾ ਪਰਫੋਰਮ ਕਰਦੇ ਨੇ। ਹਾਊ ਟੂ ਐਕਸਟ੍ਰੈਕਟ ਲੰਗਸ ਕਿਵੇਂ ਕੱਢਣੀਆਂ ਨੇ, ਹਾਰਟ ਕਿਵੇਂ ਕੱਢਣਾ, ਓਰੀਜਨਲ ਹਾਰਟ ਦੇਖਦੇ ਨੇ ਉਹ ਕਿ ਉਹਦੇ ਕਿਹੜੇ ਬਾਰਡਰਸ ਹੈ, ਕਿਹੜੇ ਸਰਫੇਸਿਸ ਨੇ, ਐਬਡੋਮਨ ਦੇ, ਲੀਵਰ, ਸਟਮਕ, ਕਿਡਨੀ, ਇੰਟੈਸਟਾਈਨ, ਸਾਰੇ ਅਸੀਂ ਸਪੈਸੀਮੈਨਸ ਉਹਨਾਂ ਨੂੰ ਐਜ਼ ਪਰ ਕਰੀਕੂਲਮ ਸਾਡਾ ਇੱਕ ਸਕੈਡਿਊਲ ਬਣਦਾ, ਉਹਦੇ ਅਕੋਰਡਿੰਗ ਅਸੀਂ ਸਾਰਾ ਉਹਨਾਂ ਨੂੰ ਪੂਰੇ 1 ਈਅਰ 'ਚ ਪੜ੍ਹਾਉਂਦੇ ਹਾਂ। तो फिर असी बहुत थैंकफुल हाँ कि जो लोग बॉडी डोनेट करते हैं, क्योंकि इसलिए भी बहुत बड़ा दिल चाहिए, इसलिए बहुत बड़ा दिल चाहिए। एक अपने माइंड से जो अपना मैंटल बैरीयर है ਉਹਦੇ ਤੋਂ ਅੱਗੇ ਵੱਧ ਕੇ ਇਸ ਨੂੰ ਕਰਨ ਲਈ ਆਈ ਥਿੰਕ ਯੂ ਨੀਡ ਦੈਟ ਅਮਾਊਂਟ ਆਫ ਨੌਲੇਜ ਕਿ ਹਾਂ ਵੀ ਅਸੀਂ ਇਹਨੂੰ ਇਸ ਤਰ੍ਹਾਂ ਯੂਜ਼ ਕਰੀਏ, ਆਪਣੀ ਬੋਡੀ ਨੂੰ ਅਸੀਂ ਸੈਲਫਲੈਸ ਡੋਨੇਟ ਕਰੀਏ ਤਾਂ ਕਿ ਬੱਚੇ ਪੜ੍ਹਨ, ਅੱਗੇ ਅੱਛੇ ਡਾਕਟਰਸ ਬਣਨ, ਅੱਛੀਆਂ ਸਰਜਰੀਜ਼ ਕਰਨ। ਅਤੇ ਮੈਂ ਕਹੂੰਗੀ ਕਿ ਇਹ ਤਾਂ ਮਹਾਨ ਕੰਮ है और बॉडी डोनेशन इज़ अ नोबल यू कैन से थिंग जो लोग करते हैं। आई एम वेरी थैंकफुल। ਇੱਕ ਬੋਡੀ ਦੀ ਡਾਇਸੈਕਸ਼ਨ ਕਿੰਨਾ ਪ੍ਰੋਸੀਜਰ ਰਹਿੰਦਾ ਹੈ, ਲਾਈਕ ਕਿੰਨੇ ਟਾਈਮ ਉਹ ਯੂਜ਼ ਹੁੰਦੀ ਹੈ? ਇੱਕ ਬੋਡੀ ਦੀ ਅਸੀਂ ਹੁਣ ਕੈਮੀਕਲ ਪਾ ਕੇ ਬੋਡੀ ਨੂੰ ਰੱਖਤਾ, ਵੀ ਕੈਨ ਪ੍ਰੀਜ਼ਰਵ ਇਟ ਫॉर ਈਅਰਸ। ਜਦੋਂ ਨਇਆ MBBS ਬੈਚ ਆਉਂਦਾ ਅਸੀਂ ਉਸ ਬੋਡੀ ਨੂੰ ਇੱਕ ਜੈਸੇ ਬੈਚ ਵਾਈਜ਼ ਅਸੀਂ ਹਰ ਇੱਕ ਬੋਡੀ ਨੂੰ ਇੱਕ ਟੇਬਲ 'ਤੇ ਰੱਖ ਦਿੰਦੇ ਹਾਂ ਐਂਡ ਵੀ ਗਿਵ ਦੈਟ ਬੋਡੀ ਟੂ 15 to 20 ਸਟੂਡੈਂਟਸ ਟੂ ਡਾਈਸੈਕਟ। ਤੋ ਉਹ ਪੂਰਾ ਸਾਲ ਬੱਚੇ ਇੱਕ ਬੋਡੀ 'ਤੇ ਡਿਸੈਕਸ਼ਨ ਕਰਦੇ ਨੇ ਪਾਰਟ ਵਾਈਜ਼, ਜਿਸਨੂੰ ਅਸੀਂ ਕਹਿੰਦੇ ਹਾਂ ਗ੍ਰੋਸ ਐਨੈਟਮੀ। ਜੈਸੇ ਅਪਰ ਲਿੰਬ ਵਿਦਿਨ 21 days 30 days ਅਪਰ ਲਿੰਬ ਡਾਇਸੈਕਸ਼ਨ ਇਜ਼ ਕੰਪਲੀਟ। ਫਿਰ ਅਸੀਂ ਉਹਨਾਂ ਦਾ ਪ੍ਰੈਕਟੀਕਲ ਐਗਜ਼ਾਮ ਲੈਂਦੇ ਹਾਂ, ਉਹਨਾਂ ਨੂੰ ਕਹਿੰਦੇ ਹਾਂ ਕਿ ਮਸਲ ਦੱਸੋ ਕਿਹੜਾ, ਡੈਲਟੋਇਡ ਮਸਲ ਕਿਹੜਾ, ਕਿਹੜੀ ਆਰਟਰੀ ਸਪਲਾਈ ਕਰੇਗੀ। ਫਿਰ ਉਸ ਤੋਂ ਬਾਅਦ ਅਸੀਂ ਅਗਲਾ ਰੀਜਨ ਸ਼ੁਰੂ ਕਰ ਦਿੰਦੇ ਹਾਂ। ਸਪੋਜ਼ ਅਸੀਂ ਥੋਰੈਕਸ ਸ਼ੁਰੂ ਕਰਤਾ, ਥੋਰੈਕਸ ਅਸੀਂ ਸਾਰੀ ਇੰਟਰਕੋਸਟਲ ਮਸਲਸ ਦਿਖਾਉਂਦੇ ਹਾਂ, ਹਾਰਟ, ਲੰਗ, ਫਿਰ ਉਹਦਾ ਅਸੀਂ ਟੈਸਟ ਲੈਂਦੇ ਹਾਂ, ਥਿਓਰੀ ਪ੍ਰੈਕਟੀਕਲ। ਇਸ ਤਰ੍ਹਾਂ ਸਟੈਪ ਵਾਈਜ਼ ਕਰਕੇ ਅਸੀਂ ਪੂਰਾ 1 ਸਾਲ ਇੱਕ ਬੋਡੀ ਨੂੰ ਯੂਜ਼ ਕਰਦੇ ਹਾਂ। ਤਾਂ ਟੋਟਲ 5-6 ਬੋਡੀਜ਼ ਨਿਕਾਲਦੇ ਹਾਂ ਫॉर 100 ਸਟੂਡੈਂਟਸ। ਅਤੇ ਉਹ ਪੂਰਾ 1 ਈਅਰ ਸਾਡੀ ਬੋਡੀ ਜੋ ਹੈ ਸਾਡੀ ਹੈਲਪ ਕਰਦੀ ਹੈ ਟੂ ਟੀਚ ਦਾ ਮੈਡੀਕਲ ਗ੍ਰੈਜੂਏਟਸ। ਉਸ ਤੋਂ ਬਾਅਦ ਉਸ ਬੋਡੀ ਦਾ ਕੀ ਕੀਤਾ ਜਾਂਦਾ? ਉਸ ਬੋਡੀ ਦੇ ਅਸੀਂ ਵਿਸਰਾਜ਼ ਨੂੰ ਨਿਕਾਲਦੇ ਹਾਂ, ਉਸ ਵਿਸਰਾਜ਼ ਨੂੰ ਅਸੀਂ ਪ੍ਰੀਜ਼ਰਵ ਕਰਦੇ ਹਾਂ। ਸਾਡਾ ਇੱਕ ਮਿਊਜ਼ੀਅਮ ਹੈ, ਐਨੈਟਮੀ ਮਿਊਜ਼ੀਅਮ, ਉਹਦੇ ਵਿੱਚ ਅਸੀਂ ਫਾਰਮਲਿਨ ਪਾ ਕੇ ਉਹ ਸਾਰੇ ਵਿਸਰਾਜ਼ ਨੂੰ ਪ੍ਰੀਜ਼ਰਵ ਕਰਦੇ ਹਾਂ। ਕੁਛ ਨੂੰ ਅਸੀਂ ਸਟੋਰ ਕਰਦੇ ਹਾਂ ਤਾਂ ਕਿ ਬੱਚੇ ਰਿਵੀਜ਼ਨ ਕਰਨ ਹਾਊ ਟੂ ਹੋਲਡ ਦੋਜ਼ ਵਿਸਰਾਜ਼ ਇਨ ਦਾ ਐਨੈਟਮੀਕਲ ਪੋਜੀਸ਼ਨ। ਠੀਕ ਹੈ, ਉਸ ਤੋਂ ਬਾਅਦ ਜੋ ਮਸਲ ਮਾਸ ਔਰ ਬੋਨਸ ਰਹਿ ਗਈਆਂ ਆਫਟਰ ਦਾ ਡਿਸੈਕਸ਼ਨ ਵੀ ਟੇਕ ਦੈਟ ਔਰ ਬਰੀ ਇਨ ਦਾ ਬਰੀਅਲ ਗਰਾਊਂਡ। ਔਰ ਬਰੀਅਲ ਗਰਾਊਂਡ ਸਾਨੂੰ ਇੱਕ ਡੈਜ਼ਿਗਨੇਟਿਡ ਏਰੀਆ ਦਿੱਤਾ ਜਾਂਦਾ ਐਨੈਟਮੀ ਡਿਪਾਰਟਮੈਂਟ ਨੂੰ, ਜਿਸ ਨੂੰ ਅਸੀਂ ਕਹਿੰਦੇ ਹਾਂ ਬਰੀਅਲ ਗਰਾਊਂਡ। ਔਰ ਉਹਦੇ ਵਿੱਚ ਅਸੀਂ ਇਹ ਸਾਰੀਆਂ ਡਾਇਸੈਕਟਿਡ ਬੋਡੀਜ਼ ਨੂੰ ਬਰੀ ਕਰ ਦਿੰਦੇ ਹਾਂ ਔਰ ਉਸ ਤੋਂ ਬਾਅਦ ਦਫਨਾ ਦਿੰਦੇ ਹਾਂ। 6 ਮਹੀਨੇ ਤੋਂ 1 ਸਾਲ ਦੇ ਅੰਦਰ ਅੰਦਰ ਅਸੀਂ ਸਕੈਲੇਟਨ ਪ੍ਰੋਕਿਓਰ ਕਰਦੇ ਹਾਂ। ਉਹ ਸਾਰਾ ਡੀਕੰਪੋਜ਼ ਹੋ ਜਾਂਦਾ ਮਸਲ ਮਾਸ। ਉਸ ਤੋਂ ਬਾਅਦ ਬੋਨਸ ਅਸੀਂ ਨਿਕਾਲਦੇ ਹਾਂ, ਉਹਨਾਂ ਬੋਨਸ ਦੀ ਪ੍ਰੋਸੈਸਿੰਗ ਹੁੰਦੀ ਹੈ। ਉਸ ਤੋਂ ਬਾਅਦ ਉਹਨੂੰ ਵਾਰਨਿਸ਼ ਕੀਤਾ ਜਾਂਦਾ ਅਤੇ ਉਹਨਾਂ ਬੋਨਸ ਦੀ ਸਟੱਡੀ ਬੱਚੇ ਕਰਦੇ ਨੇ ਕਿ ਹਾਂਜੀ ਕਿਹੜੀ ਕਿਹੜੀ ਬੋਨ ਹੈ, ਕਿਉਂਕਿ ਕਈ ਬੱਚਿਆਂ ਦਾ ਇੰਟਰਸਟ ਔਰਥੋ 'ਚ ਹੁੰਦਾ। ਫਿਰ ਉਹ ਬੋਨਸ ਦੀ ਸਟੱਡੀ ਵੀ ਇੱਕ ਐਨੈਟਮੀ ਦਾ ਸਬ ਪਾਰਟ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਆਸਟੀਓਲੋਜੀ, ਅਤੇ ਉਹ ਵੀ ਉਹਨਾਂ ਦੇ ਟੀਚਿੰਗ ਲਰਨਿੰਗ ਮਟੀਰੀਅਲ 'ਚ ਬਹੁਤ ਹੈਲਪਫੁਲ ਹੁੰਦਾ। ਅਤੇ ਅਸੀਂ 1% ਬੋਡੀ ਦਾ ਜੋ ਮਿਥ ਹੈ ਅਸੀਂ ਵੇਸਟ ਨਹੀਂ ਕਰਦੇ।
ਅਸੀਂ ਇੱਕ ਚੀਜ਼ ਬੋਡੀ ਦੀ ਯੂਟੀਲਾਈਜ਼ ਕਰਦੇ ਹਾਂ, ਕਿਉਂਕਿ ਜਿਸਨੇ ਬੋਡੀ ਡੋਨੇਟ ਕੀਤੀ ਹੈ ਉਸਨੇ ਵੀ ਬਹੁਤ, ਤੁਸੀਂ ਮੰਨ ਸਕਦੇ ਹੋ ਕਿ ਬਹੁਤ ਬੜਾ ਕੰਮ ਕੀਤਾ, ਬਹੁਤ ਦਲੇਰੀ ਵਾਲਾ ਕੰਮ ਕੀਤਾ, ਉਹਨਾਂ ਨੇ ਵੀ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੇ ਵੀ। ਤੇ ਅਸੀਂ ਵੀ ਉਹਦਾ ਪੂਰਾ ਯੂਜ਼ ਕਰਦੇ ਹਾਂ ਕਿ ਸਾਡੇ ਬੱਚੇ ਅੱਛਾ ਪੜ੍ਹਨ, ਅੱਛੀਆਂ ਡਾਇਸੈਕਸ਼ਨਸ ਕਰਨ ਔਰ ਅੱਛੇ ਡਾਕਟਰਸ ਬਣਨ। ਸਕੈਲੇਟਨ ਪ੍ਰਿਪੇਅਰ ਕਰ ਲਿਆ ਨਾ, ਉਹ ਕਿੰਨੀ ਦੇਰ ਫਿਰ ਤੁਸੀਂ ਸੰਭਾਲ ਕੇ ਰੱਖਦੇ ਹੋ? ਥਰੂ ਆਊਟ ਕਿਤਨੇ ਈਅਰਸ ਤੁਸੀਂ ਰੱਖ ਸਕਦੇ ਹੋ ਮੈਮ। ਹਾਂਜੀ ਹਾਂ, ਹੁਣ ਸਾਡੇ ਸਕੈਲੇਟਨ ਪਏ ਨੇ ਸਾਲੋਂ ਸਾਲ ਰਹੇ ਨੇ, ਜਦ ਤੱਕ ਡਿਪਾਰਟਮੈਂਟ ਇਹ ਰਹੇਗਾ, ਕਿਉਂਕਿ ਹੁਣ ਉਹ ਬੋਨਸ ਪ੍ਰੀਜ਼ਰਵਡ ਨੇ, ਉਹਨੂੰ ਅਸੀਂ ਵਾਰਨਿਸ਼ ਕਰਤਾ, ਪੇਂਟ ਕਰਤਾ, ਹੁਣ ਉਹਨਾਂ 'ਚ ਕੋਈ ਮੈਗਟਸ ਨਹੀਂ, ਕੁਛ ਨਹੀਂ ਹੋਣਾ, ਦੇ ਆਰ ਪ੍ਰੀਜ਼ਰਵਡ। ਜਿਵੇਂ ਪਟਿਆਲਾ ਅੰਮ੍ਰਿਤਸਰ ਤਾਂ 50 ਸਾਲ ਦੇ ਉਹੀ ਸਕੈਲੇਟਨ ਪਏ ਆ। ਕੀ ਕਹਿੰਦੇ ਕਿ ਹਾਂ ਤੁਸੀਂ ਅਮਰ ਕਰ ਦਿੰਦੇ ਹੋ ਇਨਸਾਨ, ਅਮਰ ਕਰਤਾ ਸੀ, ਇਨਸਾਨ ਨੂੰ ਅਮਰ ਕਰਤਾ। ਔਰ ਬੱਚਿਆਂ ਲਈ ਉਹਨਾਂ ਨੇ ਇੰਨਾ ਬੜਾ ਕੰਮ ਕੀਤਾ, ਤੇ ਉਹ ਤਾਂ ਆਪਣੇ ਆਪ ਹੀ ਮੈਨੂੰ ਲੱਗਦਾ ਉਹਨਾਂ ਨੂੰ ਮੁਕਤੀ ਮਿਲ ਜਾਂਦੀ ਹੈ ਕਿ ਹਾਂ ਵੀ ਉਹ ਕਿਸੇ ਮਿੱਥ 'ਚ ਪਈ ਹੀ ਨਹੀਂ, ਹੈ ਨਾ। ਉਹਨਾਂ ਨੇ ਇੱਕ ਸੈਲਫਲੈਸ ਡੋਨੇਸ਼ਨ ਕੀਤੀ ਹੈ ਕਿ ਵੀ ਇਹ ਵੀ ਮੇਰਾ ਅੰਗਦਾਨ ਜੋ ਹੈ ਬੱਚਿਆਂ ਦੇ ਕੰਮ ਆ ਗਏ, ਉਹ ਅੱਛੇ ਡਾਕਟਰ ਬਣਨ, ਨੇਸ਼ਨ ਬਿਲਡਿੰਗ ਕਰਨ। ਇਹਦੇ ਜਿਵੇਂ ਕੀ ਰਹਿੰਦਾ ਹੈ ਕਿ ਜਿਵੇਂ ਹੁਣ ਕੁਝ ਏਜ ਵਗੈਰਾ ਰਹਿੰਦੀ ਹੈ ਕਿ ਇੰਨੇ ਏਜ ਦੀ ਹੀ ਬੋਡੀ ਨੂੰ ਅਸੀਂ ਡੋਨੇਸ਼ਨ ਲਈ ਲੈ ਸਕਦੇ ਹਾਂ, ਜਾਂ ਫਿਰ ਬੋਡੀ ਪ੍ਰੋਪਰ ਸਹੀ ਹੋਣੀ ਚਾਹੀਦੀ ਹੈ, ਕਿਸੇ ਤਰੀਕੇ ਦੀ ਇੰਜਰੀ ਨਾ ਰਹੀ ਹੋਵੇ? देयर आर सम यू कैन से ਲਿਮਿਟੇਸ਼ਨਸ ਹੈ, ਜਿਵੇਂ ਜੋ ਬੋਡੀ ਐਕਸੀਡੈਂਟਲ ਡੈਥ, ਉਹਦਾ ਐਕਸੀਡੈਂਟਲ ਤੋਂ ਬਾਅਦ ਪੋਸਟਮਾਰਟਮ ਉਸ ਬੋਡੀ ਦਾ ਜ਼ਰੂਰ ਹੁੰਦਾ। ਹੁਣ ਪੋਸਟਮਾਰਟਮ ਵਾਲੀ ਬੋਡੀ 'ਚ ਆਲਰੇਡੀ ਯੂ ਕੈਨ ਸੇ ਡਿਸੈਕਸ਼ਨ ਹੋਈ ਹੁੰਦੀ ਆ ਫੋਰੈਂਸਿਕ ਡਿਪਾਰਟਮੈਂਟ ਵੱਲੋਂ, ਫਿਰ ਇਟ ਇਜ਼ ਅਨਏਬਲ ਟੂ ਫॉर ਅਸ ਟੂ ਡੂ ਇੰਬਾਮਿੰਗ। ਅਸੀਂ ਉਹਦੇ ਵਿੱਚ ਕੈਮੀਕਲ ਪਾ ਕੇ ਉਹਨੂੰ ਪ੍ਰੀਜ਼ਰਵ ਹੀ ਨਹੀਂ ਕਰ ਸਕਦੇ, ਔਰ ਅਗਰ ਬੋਡੀ ਪ੍ਰੀਜ਼ਰਵ ਨਹੀਂ ਹੋਈ ਦੈਟ ਇਜ਼ ਨਾਟ ਫਿਟ ਫॉर ਡਾਇਸੈਕਸ਼ਨ। तो साड़ी ये लिमिटेशन है कि असी एक्सीडेंटल बॉडीज़ नहीं लेंदे, असी MLC केसिस नहीं लेंदे, ठीक है। अगर कोई कॉन्स्पिरेसी है या कोई जैसे सेप्टिक शॉक है, सेप्टिसीमिया है, वो बॉडी अनफिट फॉर इंबामिंग है, तो असी ਪਹਿਲਾਂ ਇੱਕ ਵਾਰੀ ਦੇਖਦੇ ਹਾਂ, ਸਾਰੀ ਹਿਸਟਰੀ ਦੇਖਦੇ ਹਾਂ ਪੇਸ਼ੈਂਟ ਦੀ, ਡੈਥ ਸਰਟੀਫਿਕੇਟ ਦੇਖਦੇ ਹਾਂ, ਉਹਨਾਂ ਦੇ ਰਿਸ਼ਤੇਦਾਰਾਂ ਨਾਲ ਗੱਲ ਕਰਦੇ ਹਾਂ, ਤਾਂ ਸਾਰੇ ਕਾਗਜ਼, ਸਾਡਾ ਇੱਕ ਫਾਰਮਸ ਹੁੰਦੇ ਆ, ਉਹ ਸਾਰੇ ਫਾਰਮਸ ਨੂੰ ਅਸੀਂ ਸਾਰਾ ਕਰਕੇ ਉਸ ਤੋਂ ਬਾਅਦ ਅਸੀਂ ਬੋਡੀ ਡੋਨੇਸ਼ਨ ਲਈ ਲੈਂਦੇ ਹਾਂ। ਜਿਵੇਂ ਹੁਣ ਅਸੀਂ ਨਾ ਜੇ ਅਸੀਂ ਗੱਲ ਕਰੀਏ, ਇੱਕ ਹੋਰ ਚੀਜ਼ ਬਣੀ ਹੋਈ ਹੈ ਕਿ ਟ੍ਰੈਡੀਸ਼ਨ, ਇਹ ਵੀ ਰੀਤੀ ਰਿਵਾਜ ਹੀ ਬਣਿਆ ਕਿ ਜਦੋਂ ਇਨਸਾਨ ਧਰਤੀ ਤੋਂ ਚੱਲ ਜਾਂਦਾ ਹੈ ਉਸ ਤੋਂ ਬਾਅਦ ਉਹਦੀਆਂ ਅੰਤਿਮ ਰਸਮਾਂ ਕੀਤੀਆਂ ਜਾਂਦੀਆਂ ਨੇ, ਬਟ ਜਿਹੜੀਆਂ ਬੋਡੀਜ਼ ਹੁਣ ਡੋਨੇਟ ਹੋ ਗਈਆਂ ਉਹਨਾਂ ਦੇ ਤਾਂ ਕੋਈ ਐਸੀ ਹੋਈ ਨਹੀਂ। ਫਿਰ ਉਹ ਜਿਹੜਾ ਸਵਾਲ ਆ ਜਾਂਦਾ ਕਿ ਯਾਰ ਇਹਨਾਂ ਦੀ ਗਤੀ ਕਿਵੇਂ ਹੋਊਗੀ, ਉਹ ਕਿਵੇਂ, ਉਹ ਕੀ ਪ੍ਰੋਸੈਸ ਰਹਿੰਦਾ? ਉਹ ਮੈਨੂੰ ਲੱਗਦਾ ਉਹਦਾ ਆਨਸਰ ਤਾਂ ਮੇਰੇ ਕੋਲ ਵੀ ਨਹੀਂ ਹੈਗਾ, ਪਰ ਮੈਂ ਹੁਣ ਜਿਵੇਂ ਇੰਨੇ ਸਾਲਾਂ ਤੋਂ ਦੇਖਿਆ ਐਨੈਟਮੀ ਡਿਪਾਰਟਮੈਂਟ 'ਚ, ਮੈਨੂੰ ਲੱਗਦਾ ਕਿ ਮੈਂ ਅਗਰ ਉਸ ਪੁਆਇੰਟ ਨਾਲ ਸੋਚਾਂ, ਆਪਾਂ ਕਹਿੰਦੇ ਹਾਂ ਨਾ ਕਿ आत्मा तो निकल गई, ठीक है ना, उस तो बाद है शरीर है, ठीक है। पर जो आप कहने कर्मस, ठीक है, आप कहने आप अच्छे कर्म करांगे ਆਪਾਂ ਨੂੰ ਅੱਗੇ ਅੱਛਾ ਮਿਲੂਗਾ। ਇੱਕ ਤਰ੍ਹਾਂ ਨਾਲ ਤਾਂ ਉਹਨਾਂ ਨੇ ਇੱਕ ਸੈਲਫਲੈਸ ਡੋਨੇਸ਼ਨ ਕਰਤੀ ਨਾ, ਵਿਦਆਊਟ ਥਿੰਕਿੰਗ, ਵਿਦਆਊਟ ਜਜਿੰਗ ਐਨੀਥਿੰਗ। ਉਹਨਾਂ ਨੇ ਆਪਣੀ ਬੋਡੀ ਡੋਨੇਟ ਕਰਤੀ ਕਿ ਇਹ ਬੱਚੇ ਯੂਜ਼ ਕਰਨਗੇ, ਮੈਡੀਕਲ ਸਟੂਡੈਂਟ ਪੜ੍ਹਨਗੇ, ਸਿੱਖਣਗੇ, ਤੇ ਫਿਰ ਇੱਕ ਤਰ੍ਹਾਂ ਉਹਨਾਂ ਨੇ ਇੱਕ ਕੰਟਰੀਬਿਊਸ਼ਨ ਕਰਤੀ ਵਿਦਆਊਟ ਥਿੰਕਿੰਗ ਅਬਾਊਟ ਦਾ ਪ੍ਰੋਫਿਟ ਐਂਡ ਲਾਸ। तो I think that is a good deed, that is a good karma that they have done। ਬਾਕੀ ਤਾਂ ਦੇਖੋ ਰੱਬ ਨੂੰ ਹੀ ਪਤਾ ਸਾਰੀਆਂ ਗੱਲਾਂ ਦਾ। ਹੋਰ ਸਵਾਲ ਹੈ, ਜਿਵੇਂ ਇੱਕ ਇਨਸਾਨ ਦੀ ਡੈਥ ਹੋ ਗਈ ਹੈ ਨਾ, ਕੀ ਉਹਦੇ ਬੋਡੀ ਪਾਰਟਸ ਡੋਨੇਟ ਕੀਤੇ ਜਾ ਸਕਦੇ ਨੇ ਡੋਨੇਸ਼ਨ ਤੋਂ ਪਹਿਲਾਂ, ਬੋਡੀ ਡੋਨੇਟ ਕਰਨ ਤੋਂ ਪਹਿਲਾਂ? ਕੋਰਨੀਆ ਡੋਨੇਸ਼ਨ ਹੋ ਜਾਂਦੀ ਹੈ, ਬਾਕੀ ਉਹਦਾ ਪ੍ਰੋਸੀਜਰ ਅਲੱਗ ਹੁੰਦਾ, ਲੇਕਿਨ ਮੇਨ ਆਪਾਂ ਕੋਰਨੀਆ, ਕਿਉਂਕਿ ਅਸੀਂ ਜਦੋਂ ਔਰਬਿਟ ਦੀ ਡਿਸੈਕਸ਼ਨਸ ਕਰਦੇ ਹਾਂ ਉਹਦੇ ਵਿੱਚ ਸਾਡੇ ਕੋਰਨੀਆ ਦਾ ਇੰਨਾ ਇਫੈਕਟ ਨਹੀਂ ਪੈਂਦਾ, ਠੀਕ ਹੈ। ਲੇਕਿਨ ਬਾਕੀ ਵਿਸਰਾਜ ਵਿੱਚ ਫਿਰ ਓਬਵੀਅਸਲੀ ਇਨਸੀਜਨਸ ਵਗੈਰਾ ਲੱਗ ਜਾਣਗੀਆਂ, ਇੰਬਾਮਿੰਗ ਲਈ ਅਨਫਿਟ ਹੋ ਜਾਏਗੀ, ਠੀਕ ਹੈ। ਉਹਦੇ ਵਿੱਚ ਆਪਾਂ ਪੋਸੀਬਿਲਿਟੀ ਕੱਢ ਸਕਦੇ ਹਾਂ ਵੀ ਕਿਸ ਲੈਵਲ ਦਾ ਕਿਆ ਹੈ, ਲੇਕਿਨ ਕੋਰਨੀਆ ਅਗਰ ਨਿਕਲ ਗਿਆ ਤਾਂ ਫਿਰ ਉਹ ਫੁੱਲ ਬੋਡੀ ਡੋਨੇਸ਼ਨ ਹੋ ਸਕਦੀ ਹੈ। ਲੇਕਿਨ ਅਗਰ ਕਿਡਨੀ, ਜਿਵੇਂ ਆਪਾਂ ਕਹਿੰਦੇ ਹਾਂ ਲੀਵਰ, ਹਾਰਟ, ਠੀਕ ਹੈ, ਉਹ ਸਾਰਿਆਂ ਲਈ ਇਨਸੀਜਨਸ ਕਿਸ ਲੈਵਲ ਦੇ ਇਨਸੀਜਨਸ ਯੂਜ਼ ਹੋਈਆਂ ਨੇ ਔਰ ਕਿੰਨਾ ਕੁ ਇਫੈਕਟਿਵ ਹੋਏਗੀ ਇੰਬਾਮਿੰਗ, ਦੈਟ ਡਿਪੈਂਡਸ ਔਨ ਦਾ ਟਾਈਪ ਆਫ ਬੋਡੀ ਵੀ ਆਰ ਰਿਸੀਵਿੰਗ। ਮਤਲਬ ਉਹਦੇ ਬਾਰੇ ਹਜੇ ਸਾਡੇ ਕੋਲ ਸਾਰੀਆਂ ਇਸ ਤਰ੍ਹਾਂ ਹੀ ਬੋਡੀਆਂ ਆਈਆਂ ਨੇ ਕਿ ਜੋ ਫੁੱਲ ਬੋਡੀ ਡੋਨੇਸ਼ਨ ਔਰ ਫਿਟ ਫॉर ਇੰਬਾਮਿੰਗ ਹੈ, ਅੱਛੇ ਤਰ੍ਹਾਂ ਪ੍ਰੀਜ਼ਰਵ ਹੋਈਆਂ, ਉਸ ਉਹਨਾਂ ਦੇ ਡਿਸੈਕਸ਼ਨਸ ਕਰ ਰਹੇ ਹਾਂ, ਸਭ ਕੁਛ ਇਸ ਤਰ੍ਹਾਂ ਦੀ ਹੀ ਬੋਡੀ ਅਸੀਂ ਲੈਂਦੇ ਹਾਂ।
ਤੁਹਾਨੂੰ ਲੱਗਦਾ ਹੈ ਕਿ ਹਜੇ ਵੀ ਲੋਕ ਬਹੁਤ ਅਨਅਵੇਅਰ ਨੇ ਇਸ ਚੀਜ਼ ਬਾਰੇ ਨੇ ਐਂਡ ਜਿਹਦੇ ਕਰਕੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਵੀ ਇਨ ਫਿਊਚਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ? ਜਿਵੇਂ ਸਾਡੀ ਐਜ਼ ਪਰ ਐਨਐਮਸੀ ਨੋਰਮਸ ਸਾਨੂੰ 10 ਬੋਡੀਜ਼ ਪਰ ਈਅਰ ਚਾਹੀਦੀਆਂ ਨੇ, ਲੇਕਿਨ ਅਸੀਂ ਕੁਝ ਸੰਸਥਾਵਾਂ ਨਾਲ ਵੀ ਜੁੜੇ ਹੋਏ ਹਾਂ, ਜਿਵੇਂ ਪ੍ਰਭ ਆਸਰਾ, ਡੇਰਾ ਸੱਚਾ ਸੌਦਾ। ਉੱਥੇ ਉਹਨਾਂ ਨੇ ਸਾਰਿਆਂ ਨੇ ਬੋਡੀ ਪਲੇਜ ਕੀਤੀ ਹੋਈ ਹੈ ਕਿ ਸਾਡੀ ਬੋਡੀ ਯੂਜ਼ ਹੋਊਗੀ ਫॉर द डिसेक्शन, फॉर द टीचिंग लर्निंग पर्पज़ इन द मेडिकल कॉलेज। लेकिन फिर भी कई लोग, ये सब ਦਾ ਆਪਣਾ ਪਰਸਨਲ ਹੈ ਮੈਮ। ਹਾਂ, ਇਹ ਸਭ ਦਾ ਪਰਸਨਲ ਡਿਸੀਜਨ ਹੈ, ਇਸ 'ਚ ਆਪਾਂ ਕਿਸੇ ਨੂੰ ਸਹੀ ਗਲਤ ਨਹੀਂ ਕਹਿ ਸਕਦੇ ਮੈਨੂੰ ਲੱਗਦਾ। ਜਿਵੇਂ ਹੁਣ ਬਹੁਤ ਸਾਰੇ ਕੇਸਿਸ ਦੇ ਵਿੱਚ ਤੁਸੀਂ ਦੇਖਿਆ ਹੋਣਾ, ਚੰਡੀਗੜ੍ਹ ਦੇ ਵਿੱਚ ਵੀ ਅਮੂਮਨ ਆਉਂਦਾ ਕਿ ਲਾਵਾਰਿਸ ਲਾਸ਼ ਮਿਲੀ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਹੀ ਉਸਦਾ ਕ੍ਰੀਮੇਸ਼ਨ ਕਰ ਦਿੱਤਾ ਗਿਆ। ਕਿ ਅਜਿਹੀਆਂ ਬੋਡੀਜ਼ ਨਹੀਂ ਹਸਪੀਟਲਸ ਤੱਕ ਪਹੁੰਚਦੀਆਂ? ਵੈਸੇ ਤਾਂ ਅਸੀਂ ਪ੍ਰੋਪਰ ਡਾਕੂਮੈਂਟੇਸ਼ਨ ਦੇਖਦੇ ਹਾਂ, ਡੈਥ ਸਰਟੀਫਿਕੇਟ, ਠੀਕ ਹੈ। ਉਸ ਤੋਂ ਬਾਅਦ ਇੱਕ ਸਾਡਾ ਐਨੈਟਮੀ ਐਕਟ ਹੈ, ਉਹਦੇ ਵਿੱਚ ਸਾਡੇ ਕੁਝ ਕਲੌਜ਼ ਹੈ ਅਤੇ ਅਸੀਂ ਉਹਨਾਂ ਨੂੰ ਰਿਵਿਊ ਕਰਦੇ ਹਾਂ, ਉਹਦੇ ਅਕੋਰਡਿੰਗ ਫਿਰ ਅਸੀਂ ਉਹਨਾਂ ਬੋਡੀਜ਼ ਦੇ ਬਾਰੇ ਡਿਸੀਜਨ ਲੈਂਦੇ ਹਾਂ। ਲੇਕਿਨ MLC, ਪੋਸਟਮਾਰਟਮ, ਐਕਸੀਡੈਂਟਲ ਇਹ ਅਸੀਂ ਨਹੀਂ ਲੈਂਦੇ, ਠੀਕ ਹੈ ਨਾ। ਲਾਵਾਰਿਸ ਬੋਡੀਜ਼ ਵੀ ਡਿਪੈਂਡ ਕਰਦਾ ਕਿ ਉਹ ਫੁੱਲ ਬੋਡੀ ਹੈ, ਕਿਸ ਤਰ੍ਹਾਂ ਹੈ, ਕਿਸ ਕੰਡੀਸ਼ਨ 'ਚ ਹੈ, ਕਿੰਨੇ ਦਿਨ ਪਹਿਲਾਂ ਡੈਥ ਹੋ ਗਈ, ਵੈਦਰ ਇੰਬਾਮਿੰਗ ਇਜ਼ ਪੋਸੀਬਲ ਔਰ ਨਾਟ, ਫਿਰ ਉਹ ਚੀਜ਼ਾਂ ਨੂੰ ਅਸੀਂ ਮਾਈਂਡ 'ਚ ਰੱਖਦੇ ਹਾਂ। ਜਿਵੇਂ ਇੱਕ ਬੋਡੀ ਦੇ ਉੱਪਰ ਡਾਇਸੈਕਸ਼ਨਸ ਹੋ ਰਹੀਆਂ ਨੇ ਤੇ ਕੀ ਉਸ ਤੋਂ ਬਾਅਦ ਉਸ ਨੂੰ ਕਿਸ ਤਰੀਕੇ ਦੇ ਨਾਲ ਕੀ ਸਟਿਚਸ ਲਾਏ ਜਾਂਦੇ ਨੇ, ਕਿਸ ਤਰੀਕੇ ਜਦੋਂ ਆਪਾਂ ਡਿਸੈਕਸ਼ਨ ਕਰ ਲਈ, ਆਪਾਂ ਸਾਰਾ ਐਕਸਪੋਜ਼ ਕਰਤਾ, ਆਪਾਂ ਪਹਿਲਾਂ ਸਕਿਨ ਰਿਫਲੈਕਟ ਕਰੀ, ਫਿਰ ਆਪਾਂ ਫੇਸ਼ੀਆ, ਫਿਰ ਆਪਾਂ ਮਸਲਸ ਨਿਕਾਲ ਲਏ, ਆਪਾਂ ਬੋਨਸ ਦੇ ਲੈਵਲ ਤੱਕ ਚਲੇ ਗਏ। ਅਗਰ ਕੈਵਿਟੀ ਵੀ ਆਪਾਂ ਸਾਰੇ ਵਿਸਰਾਜ਼ ਕੱਢ ਲਏ, ਹੁਣ ਉਹਦੇ ਵਿੱਚ ਅੰਦਰ ਹੈ ਕੀ, ਕੁਛ ਵੀ ਨਹੀਂ, ਕੀ ਸਟਿਚ ਕਰਨਾ ਆਪਾਂ ਉਸ ਬੋਡੀ 'ਚ ਸਿਰਫ ਹੁਣ ਬੋਨਸ ਹੈ, ਠੀਕ ਹੈ। ਬੋਨਸ ਹੈ ਔਰ ਬੋਨਸ ਦੇ ਨਾਲ ਲੱਗੇ ਹੋਏ ਮਸਲਸ ਹੈ, ਫਿਰ ਉਹਨਾਂ ਨੂੰ ਅਸੀਂ ਫਿਰ ਫॉर ਬੋਨ ਰਿਟਰੀਵਲ ਯੂਜ਼ ਕਰਦੇ ਹਾਂ। ਜਦੋਂ ਤੁਸੀਂ ਸਟਾਰਟ ਕੀਤਾ ਸੀ ਹੈ ਨਾ ਇਸ ਫੀਲਡ ਦੇ ਵਿੱਚ, ਕੁਝ ਡਰ ਸੀ ਜਦੋਂ ਫਸਟ ਟਾਈਮ ਨਾ ਇੱਕ ਬੋਡੀ ਨੂੰ ਦੇਖ ਕੇ ਉਹਨੂੰ ਡਾਇਸੈਕਸ਼ਨ ਕੀਤੀ? ਥਾਟਸ ਮੈਡੀਕਲ ਫੀਲਡ 'ਚ ਆ ਗਏ ਨਾ ਹੁਣ ਅਸੀਂ ਡਾਕਟਰਸ, ਪਹਿਲਾਂ ਹੀ ਅਸੀਂ ਆਪਣਾ ਮੈਂਟਲੀ, ਹਾਂਜੀ। ਹੁਣ ਅਸੀਂ ਜਦੋਂ MBBS ਮੈਂ ਕਰ ਰਹੀ ਸੀ, ਮੈਂ ਫਰੀਦਕੋਟ ਤੋਂ ਕਰੀ ਹੈ, ਅਤੇ ਫਿਰ ਅਸੀਂ ਮੈਡੀਸਿਨ 'ਚ ਦੇਖਿਆ, ਗਾਇਨੀ 'ਚ ਦੇਖਿਆ, ਸਰਜਰੀ 'ਚ ਦੇਖਿਆ, ਸਾਡੇ ਅੱਗੇ ਕਈ ਪੇਸ਼ੈਂਟ ਔਨ ਦਾ ਸਪੌਟ, ਇੰਨੇ ਕ੍ਰਿਟੀਕਲ ਕੇਸਿਸ ਅਸੀਂ ਦੇਖੇ, ਔਨ ਦਾ ਸਪੌਟ ਉਹਨਾਂ ਦੀ ਡੈਥ ਹੋ ਜਾਂਦੀ ਸੀ, ਹੱਥਾਂ 'ਚ ਡਾਕਟਰਸ ਦੇ ਅਸੀਂ ਜਾਂਦੇ ਦੇਖੇ, ਸਾਡਾ ਦਿਲ ਸਟਰੋਂਗ ਹੋ ਗਿਆ। ਔਰ ਇਹ ਤਾਂ ਹੁਣ ਸਾਨੂੰ ਲੱਗਦਾ ਕਿ ਇਹ ਤਾਂ ਟੀਚਿੰਗ ਲਰਨਿੰਗ ਪਰਪਸ ਲਈ ਆਏ ਨੇ, ਇਸ ਤਰ੍ਹਾਂ ਦਾ ਸਾਡੇ ਮਨ 'ਚ ਕੋਈ ਡਰ ਨਹੀਂ ਹੈਗਾ। ਦੇਖੋ ਸ਼ਾਇਦ ਉਹ ਸਾਨੂੰ ਰੱਬ ਨੇ ਇਸ ਫੀਲਡ 'ਚ ਭੇਜਿਆ, ਉਹ ਦਿਲ ਪੱਕਾ ਕਰਕੇ ਭੇਜਿਆ, ਇਸ ਤਰ੍ਹਾਂ ਦਾ ਕੋਈ ਡਰ ਨਹੀਂ ਕਿ ਬੋਡੀਜ਼ ਹੈ ਸਾਡੇ ਲਈ, ਇਹ ਸਾਡਾ ਟੀਚਿੰਗ ਮਟੀਰੀਅਲ ਹੈ, ਠੀਕ ਹੈ ਨਾ। ਔਰ ਇਹੋ ਜਿਹਾ ਟੀਚਿੰਗ ਮਟੀਰੀਅਲ ਹੈ ਜਿਸ ਦਾ ਅਸੀਂ ਕੋਈ ਉਹ ਨਹੀਂ ਕਰ ਸਕਦੇ, ਰੀਪੇ ਬੈਕ ਨਹੀਂ ਕਰ ਸਕਦੇ, ਗ੍ਰੈਟੀਟਿਊਡ ਇੰਨਾ ਸਾਨੂੰ, ਫਿਰ ਇਹਨਾਂ ਤੋਂ ਕੀ ਡਰਨਾ, ਇਹਨਾਂ ਤੋਂ। ਇਹ ਤਾਂ ਸਾਡੇ ਲਈ ਤੁਸੀਂ ਕਹੋ ਇੱਕ ਟੀਚਿੰਗ ਰਿਸੋਰਸ ਹੈ ਕਿ ਸਾਡੇ ਬੱਚੇ ਅੱਛਾ ਪੜ੍ਹਨ, ਅਸੀਂ ਉਹਨਾਂ ਨੂੰ ਇਸ ਤਰ੍ਹਾਂ ਰਿਸਪੈਕਟ ਨਾਲ ਕਰੀਏ, ਬੱਚਿਆਂ ਨੂੰ ਪੜ੍ਹਾਈਏ। ਕੋਈ ਇਸ ਤਰ੍ਹਾਂ ਸਾਡੇ ਕਿਸੇ ਡਿਪਾਰਟਮੈਂਟ ਦੇ ਉਸ 'ਚ ਨਹੀਂ ਡਰ। ਸ਼ਾਇਦ ਹੁਣ ਪੜ੍ਹ ਲਿਖ ਗਏ, ਇੰਨਾ ਅਵੇਅਰ ਹੋ ਗਏ, ਇੰਨੇ ਸਾਲ ਹੋ ਗਏ ਇਸ ਡਿਪਾਰਟਮੈਂਟ 'ਚ, ਮੈਡੀਕਲ ਫੀਲਡ 'ਚ, ਇਹਨਾਂ ਚੀਜ਼ਾਂ ਦਾ ਨਹੀਂ ਡਰ ਲੱਗਦਾ ਮੈਮ। ਤੇ ਪ੍ਰੈਕਟੀਕਲ ਡੈਮੋਨਸਟ੍ਰੇਸ਼ਨ ਦੇ ਲਈ ਬੱਚਿਆਂ ਨੂੰ ਜੋ ਹੈਲਪ ਇਹ ਬੋਡੀਜ਼ ਦੇ ਰਹੀਆਂ ਨੇ ਹੈ ਨਾ, ਮੈਨੂੰ ਲੱਗਦਾ ਹੈ ਕਿ ਇਸ ਤੋਂ ਉੱਪਰ ਕੁਝ ਹੋ ਹੀ ਨਹੀਂ ਸਕਦਾ ਸੀਗਾ, ਕਿਉਂਕਿ ਇਸ ਮਾਮਲੇ ਦੇ ਵਿੱਚ ਤਾਂ ਡੈਮੋ ਕਰ ਹੀ ਨਹੀਂ ਸਕਦੇ ਆਪਾਂ ਕਿਸੇ ਹੋਰ। ਸਪੋਜ਼ ਹੁਣ ਅੱਜ ਕੱਲ੍ਹ ਅਸੀਂ ਐਬਡੋਮਨ ਪੜ੍ਹਾ ਰਹੇ ਹਾਂ, ਮੈਂ ਉਹਨਾਂ ਨੂੰ ਕਿਡਨੀ ਦੀ ਕਲਾਸ ਲਈ, ਮੈਂ ਉਹਨਾਂ ਨੂੰ ਇੱਕ ਵਾਰ ਕਲਾਸ 'ਚ ਪੜ੍ਹਾਤਾ ਕਿਡਨੀ ਕੀ ਹੈ, ਉਹਦੇ ਫੀਚਰਸ ਕੀ ਹੈ, ਠੀਕ ਹੈ, ਉਹਦੇ ਰਿਲੇਸ਼ਨਸ ਕੀ ਨੇ, ਉਹਨਾਂ ਨੂੰ ਪਿਕਚਰਸ ਵੀ ਦਿਖਾਤੀਆਂ, ਵੀਡੀਓਜ਼ ਵੀ ਦਿਖਾਤੀਆਂ। ਪਰ ਜਦ ਤੱਕ ਉਹ ਡੀ ਹਾਲ 'ਚ ਆ ਕੇ ਓਰੀਜਨਲ ਕਿਡਨੀ ਦੀ ਅਪੀਅਰੈਂਸ ਨਹੀਂ ਦੇਖਦੇ, ਉਹਨੂੰ ਹੱਥ 'ਚ ਨਹੀਂ ਪਕੜਦੇ, ਉਹਦੀ ਡਿਸੈਕਸ਼ਨ ਨਹੀਂ ਕਰਦੇ, ਉਹਦੇ ਰਿਲੇਸ਼ਨਸ ਨਹੀਂ ਦੇਖਦੇ, ਉਹਨਾਂ ਨੂੰ ਉਹਨਾਂ ਸਮਝ ਆਉਣਾ ਹੀ ਨਹੀਂ। ਫਿਰ ਉਹਨਾਂ ਨੂੰ ਅਸੀਂ ਪ੍ਰੈਕਟੀਕਲ ਪੜ੍ਹਾਉਂਦੇ ਹਾਂ, ਜਿਹਨੂੰ DOAP ਸੈਸ਼ਨਸ ਬੋਲਦੇ ਹਾਂ। ਉਹਦੇ ਵਿੱਚ ਅਸੀਂ ਬੱਚਿਆਂ ਨੂੰ ਡਿਸੈਕਸ਼ਨ ਕਰਵਾਈ, ਉਹਨਾਂ ਨੂੰ ਕਿਹਾ ਕਿਡਨੀ ਨਿਕਾਲੋ, IVC ਏਓਰਟਾ ਦਾ ਰਿਲੇਸ਼ਨ ਦੇਖੋ, ਰੀਨਲ ਵੈਸਲਸ ਦੇਖੋ, ਇਕੱਠੀ ਕੱਢੋ। ਕਈ ਬੱਚਿਆਂ ਨੇ ਇਕੱਠਾ ਪੂਰਾ ਕਿਡਨੀ ਦੇਖਿਆ, ਸਪਲਾਈ ਦੇਖੀ, ਹੁਣ ਉਹਨਾਂ ਦੇ ਮਾਈਂਡ 'ਚ ਕਿੰਨਾ ਅੱਛਾ ਇੰਪਰੈਸ਼ਨ ਪਿਆ ਓਰੀਜਨਲ ਪਿਕਚਰ ਦੇਖ ਕੇ। ਫਿਰ ਉਹਦੇ ਆਸ-ਪਾਸ ਰਿਲੇਸ਼ਨਸ ਉਹਨਾਂ ਨੂੰ ਯਾਦ ਹੋ ਗਿਆ। ਜਿਵੇਂ 25 ਬੱਚਿਆਂ ਨੂੰ ਇੱਕ ਬੋਡੀ ਮਿਲਦੀ ਹੈ, 15 ਤੋਂ 20 ਨੂੰ 25 ਨੂੰ ਅਸੀਂ 2 ਸੈਕਸ਼ਨਸ 'ਚ ਕਰਦੇ ਹਾਂ ਮੈਮ। ਜਿਵੇਂ ਇੱਕ ਸਾਈਡ ਅਸੀਂ 12 ਬੱਚਿਆਂ ਨੂੰ, ਇੱਕ ਸਾਈਡ 12 ਬੱਚਿਆਂ ਨੂੰ, 2 ਲਿੰਬਸ ਹੈ, ਰਾਈਟ ਲੈਫਟ। ਇਸ ਤਰ੍ਹਾਂ ਅਸੀਂ ਰੋਲ ਨੰਬਰ ਵਾਈਜ਼ ਬੱਚਿਆਂ ਨੂੰ ਕਹਿੰਦੇ ਹਾਂ ਵੀ ਸਾਰੇ ਡਿਸੈਕਸ਼ਨ ਕਰੋ, ਇਨਸੀਜਨ ਲਗਾਉਣੀ ਸਿੱਖੋ, ਸਟਰਕਚਰਸ ਨੂੰ ਰਿਫਲੈਕਟ ਕਰੋ। ਅਸੀਂ ਉਹਨਾਂ ਨੂੰ ਫਿਰ ਗਾਈਡ ਕਰਦੇ ਹਾਂ। ਬੋਡੀ ਦੇ ਉੱਪਰ ਉਹ ਕਿੰਨੀ ਵਾਰੀ ਡਾਇਸੈਕਸ਼ਨਸ ਉਹ ਕਰਦੇ ਰਹਿੰਦੇ ਨੇ? ਡਿਸੈਕਸ਼ਨਸ ਸਟੈਪ ਵਾਈਜ਼ ਹੁੰਦੀਆਂ ਨੇ ਮੈਮ। ਜਿਵੇਂ ਆਪਾਂ ਸਕਿਨ ਰਿਫਲੈਕਟ ਕੀਤੀ, ਸਪੋਜ਼ ਆਪਾਂ ਆਰਮ ਦਾ, ਹਾਂ, ਫਸਟ ਲੇਅਰ ਸਕਿਨ, ਉਸ ਤੋਂ ਬਾਅਦ ਮਸਲ, ਕੁਛ ਬੱਚਿਆਂ ਨੇ ਆਰਮ ਦੇ ਮਸਲਸ ਨਿਕਾਲ ਲਏ, ਫਿਰ ਫੋਰਆਰਮ ਆ ਗਈ, ਰੀਜਨ ਡਿਫਰੈਂਟ ਹੋ ਗਿਆ ਨਾ, ਫਿਰ ਉਹਦੀ ਇਨਸੀਜਨ ਹੋ ਗਈ, ਫਿਰ ਹੈਂਡ, ਫਿਰ ਪਾਮਰ, ਡੋਰਸਲ, ਐਕਸਪੈਕਟ ਆਫ ਹੈਂਡ, ਫਿਰ ਜੁਆਇੰਟਸ ਆ ਗਏ, ਉਸ ਤੋਂ ਬਾਅਦ ਆਪਾਂ ਥੋਰੈਕਸ 'ਚ ਆ ਗਏ। ਤਾਂ ਇਸ ਤਰ੍ਹਾਂ ਸਾਰੇ ਬੱਚਿਆਂ ਦੀ ਟਰਨ ਆ ਜਾਂਦੀ ਆ ਫॉर द डिसेक्शन।
ਉਹ ਸਾਡਾ ਇੱਕ ਕਰਿਕੂਲਮ ਹੈ, ਉਹਦੇ ਅਕੋਰਡਿੰਗ ਅਸੀਂ ਚੱਲਦੇ ਹਾਂ। ਹੁਣ ਥੋਰੈਕਸ ਹੈ, ਬੱਚੇ ਹਰ ਬੱਚੇ ਜਿਵੇਂ 2-2 ਬੱਚੇ ਆਪਣੀ ਡਿਸੈਕਸ਼ਨਸ ਕਰਦੇ ਨੇ ਔਰ ਵਿਸਰਾਜ਼ ਨੂੰ ਨਿਕਾਲਦੇ ਨੇ, ਫਿਰ ਉਹਨੂੰ ਕਿਵੇਂ ਐਨਾਟੋਮਿਕਲੀ ਪਕੜਨਾ ਉਹ ਦੇਖਦੇ ਨੇ। ਹੁਣ ਲੰਗਸ ਹੈ, ਆਪਾਂ ਪੜ੍ਹਾਉਂਦੇ ਹਾਂ ਬਲੈਕ ਇਨ ਕਲਰ ਹੈ, ਓਰੀਜਨਲ ਦੇਖਦੇ ਨੇ। ਲੀਵਰ ਦਾ ਕਲਰ ਦੱਸਦੇ, ਉਹ ਦੇਖਦੇ ਨੇ ਵੀ ਹਾਂ ਵੀ ਓਰੀਜਨਲ ਲੀਵਰ ਹੈ। ਮੈਨੂੰ ਲੱਗਦਾ ਇਸ ਟੀਚਰ ਨੂੰ ਕੋਈ ਰਿਪਲੇਸ ਨਹੀਂ ਕਰ ਸਕਦਾ, ਪਰ ਇਹਦੇ ਲਈ ਸਭ ਤੋਂ ਇੰਪੋਰਟੈਂਟ ਹੈ ਕਿ ਹਾਂ ਵਿਲਿੰਗਨੈਸ ਟੂ ਡੋਨੇਟ ਬੋਡੀਜ਼, ਕਿ ਹਾਂ ਵੀ ਮੇਰੀ ਜੋ ਵੀ ਡੋਨੇਸ਼ਨਸ ਦਿੰਦੇ ਨੇ ਉਹਨਾਂ 'ਚ ਇੰਨੀ ਅਵੇਅਰਨੈਸ ਹੈ, ਉਹਨਾਂ ਦਾ ਮਾਈਂਡ ਲੈਵਲ ਇੰਨਾ ਸੈੱਟ ਹੈ, ਉਹਨਾਂ 'ਚ ਇੰਨੀ ਦਲੇਰੀ ਹੈ ਨਾ, ਕਿ ਉਹ ਇੱਥੇ ਤੱਕ ਪਹੁੰਚੇ ਔਰ ਡੋਨੇਸ਼ਨ ਦਿੱਤੀ। ਕਿਉਂਕਿ ਇਹ ਬਹੁਤ ਬੜੀ ਇਸ ਨੂੰ ਸਮਝਣ ਲਈ ਵੀ ਬਹੁਤ ਸ਼ਕਤੀ ਚਾਹੀਦੀ ਹੈ। ਯੈਸ, ਔਰ ਮੈਨੂੰ ਲੱਗਦਾ ਕਿ ਇਹ ਸਮਝ ਜਦੋਂ ਲੋਕਾਂ ਨੂੰ ਆ ਜਾਊਗੀ ਨਾ ਤੇ ਬਹੁਤ ਸਾਰੀਆਂ ਚੀਜ਼ਾਂ ਵੀ ਠੀਕ ਹੋ ਜਾਣਗੀਆਂ। ਹਜੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ, ਅਸੀਂ ਫਿਰ ਵੀ ਉਲਝੇ ਹਾਂ ਕਿ ਹਾਂ ਸਾਡੀ ਆਤਮਾ ਨੂੰ ਸ਼ਾਂਤੀ ਮਿਲੂਗੀ। ਜੈਸੇ ਆਪਾਂ ਸੁਣਦੇ ਹਾਂ ਨਿਕਲ ਗਈ, ਹੁਣ ਤਾਂ ਉਹ ਬੋਡੀ ਹੈ, ਉਹਨੇ ਤਾਂ ਰੀਬਰਥ ਲੈ ਲਿਆ ਹੈ ਨਾ, ਹੁਣ ਤਾਂ ਉਹ ਬੋਡੀ ਹੈ। ਮਤਲਬ ਠੀਕ ਹੈ, ਉਹ ਕਹਿੰਦੇ ਨੇ ਕਿ ਵੀ ਬੋਡੀ ਨੂੰ ਤੁਸੀਂ ਮੇਰੀ ਬੋਡੀ ਨੂੰ ਡੋਨੇਟ ਕਰੋ ਤਾਂ ਕਿ ਸੈਲਫਲੈਸ ਯੂਜ਼ ਹੋਵੇ ਔਰ ਬੱਚੇ ਸਿੱਖਣ, ਅੱਛੇ ਡਾਕਟਰਸ ਬਣਨ। ਮੈਨੂੰ ਲੱਗਦਾ ਇਹ ਤਾਂ ਬਹੁਤ ਬੜਾ ਦਿਲ ਚਾਹੀਦਾ ਔਰ ਬਹੁਤ ਬੜੀ ਗੱਲ ਹੈ, ਬਹੁਤ ਵੱਡਾ ਦਾਨ ਹੈ। ਸਵਾਲ ਹੈਗਾ ਕਿ ਕਈ ਵਾਰ ਕੀ ਹੁੰਦਾ, ਜਿਵੇਂ ਫੈਮਿਲੀ ਨੇ ਬੋਡੀ ਡੋਨੇਟ ਕਰਦੀ, ਹੁਣ ਉਹਨਾਂ ਨੂੰ ਤਾਂ ਪਤਾ ਅਸੀਂ ਡੋਨੇਟ ਕੀਤੀ ਹੈ, ਅਸੀਂ ਸਾਡੇ ਕੋਲ ਆਪਸ਼ਨ ਅਸੀਂ ਜਾ ਕੇ ਦੇਖ ਸਕਦੇ ਹਾਂ, ਕਿ ਕਦੀ ਉਹ ਆਉਂਦੇ ਕਿ ਹਾਂ ਅਸੀਂ ਦੇਖਣਾ ਚਾਹੀਏ। ਇੱਕ ਵਾਰ ਉਹਨਾਂ ਦਾ ਅੰਡਰਟੇਕਿੰਗ ਹੋ ਜਾਂਦੀ ਹੈ ਤੇ ਫਿਰ ਉਹ ਆਏ ਵੀ ਨਹੀਂ, ਦੇਖ ਨਹੀਂ ਸਕਦੇ ਅਸੀਂ। ਵੀ ਵਾਂਟ ਅਲਾਉ ਦੈਮ, ਠੀਕ ਹੈ ਨਾ, ਡਾਇਸੈਕਸ਼ਨਸ ਵੀ ਇਹਦੀਆਂ ਨੇ ਉਸ ਹਾਲਤ ਦੇ ਵਿੱਚ ਵੀ ਨਹੀਂ ਵੀ ਵਾਂਟ ਅਲਾਉ ਦੈਮ। ਉਹ ਸਾਡੇ ਰੂਲਸ ਹੈ ਕੁਛ, ਹੈ ਨਾ, ਅਸੀਂ ਉਹਨਾਂ ਤੋਂ ਪਹਿਲਾਂ ਹੀ ਉਹ ਫਾਰਮਸ ਵਗੈਰਾ ਭਰਵਾਉਂਦੇ ਹਾਂ, ਪਰ ਇੱਦਾਂ ਨਹੀਂ ਕਿ ਉਹਨਾਂ ਦਾ ਮਨ ਫਿਰ ਇੱਦਾਂ ਕਰੇ ਕਿ ਹਾਂਜੀ ਸਾਨੂੰ, ਕਿਉਂਕਿ ਨਾਓ ਦੇ ਹੈਵ ਡੋਨੇਟਿਡ ਇਟ ਐਂਡ ਨਾਓ ਦੇ ਆਰ ਪ੍ਰੀਜ਼ਰਵਡ ਕੈਡੇਵਰਸ। ਕਿੰਨੇ ਆਵਰਸ ਦੇ ਵਿੱਚ ਬੋਡੀ ਤੁਹਾਡੇ ਤੱਕ ਲਿਆਉਣੀ ਪੈਂਦੀ ਹੈ? ਜੇ ਇੱਕ ਤਾਂ ਚਲੋ ਇੱਕ ਬੰਦਾ ਤੇ ਆਪਣੀ ਵਿਲ ਬਣਾ ਗਿਆ, ਉਹਦੀ ਫੈਮਿਲੀ ਨੂੰ ਤਾਂ ਪਤਾ ਹੀ ਹੈ ਕਿ ਹਾਂ ਅਸੀਂ ਬੋਡੀ ਡੋਨੇਟ ਕਰਨੀ ਹੈ, ਬਟ ਕਈ ਵਾਰ ਕੀ ਹੁੰਦਾ ਕਿ ਐਜੂਕੇਟਿਡ ਲੋਕ ਨੇ ਉਹ ਕਈ ਵਾਰੀ ਸੋਚਦੇ ਨੇ ਕਿ ਅਸੀਂ ਬੋਡੀ ਡੋਨੇਟ ਕਰ ਦਿੰਦੇ ਹਾਂ, ਤੇ ਉਹ ਕਿੰਨੇ ਆਵਰਸ ਤੱਕ ਡੈਥ ਤੋਂ ਬਾਅਦ ਤੁਹਾਡੇ ਕੋਲ ਲੈ ਕੇ? अगर तो बॉडी कूलर्स में रखी हुई है, कूलिंग कैबिनेट फिर तो ठीक है ना, क्योंकि असी भी इंबामिंग 8 to 10 आवर्स राइगर मोटिस ना डिवेलप होया होवे, ओदी जो आप कहने हैं कि मसल्स जो हैं है ना, इस तरह ਸਾਡੇ ਕੋਲ 8 to 10 ਆਵਰਸ ਦੇ ਵਿੱਚ ਆ ਜੇ ਅਸੀਂ ਇੰਬਾਮਿੰਗ ਕਰ ਦਿੰਦੇ ਹਾਂ। ਸਾਡੇ ਕੋਲ ਮੋਰਚਰੀ ਕੂਲਰਸ ਨੇ, ਅਗਰ ਸਾਨੂੰ ਲੱਗੇ ਅਸੀਂ ਮੋਰਚਰੀ ਕੂਲਰਸ 'ਚ ਰੱਖ ਦਿੰਦੇ ਹਾਂ, ਫਿਰ ਨੈਕਸਟ ਡੇ ਅਸੀਂ ਬੋਡੀ ਦੀ ਇੰਬਾਮਿੰਗ ਕਰ ਦਿੰਦੇ ਹਾਂ। ਕੋਈ ਬੋਡੀ ਪਾਣੀ ਵਿੱਚ ਡਿੱਗਣ ਕਰਕੇ ਮੌਤ ਹੋ ਗਈ ਤੇ ਉਹਦੇ ਵਿੱਚ ਪਾਣੀ ਵੀ ਭਰ ਜਾਂਦਾ, ਫਿਰ ਉਸ ਬੋਡੀ ਨੂੰ ਵੀ 8 to 10 ਆਵਰਸ ਤੱਕ ਹੀ ਤੁਹਾਡੇ ਤੱਕ ਲੈ ਕੇ ਆਉਣਾ, ਜਾਂ ਫਿਰ ਉਹਨੂੰ ਜਲਦੀ ਲਿਆਉਣਾ ਪੈਂਦਾ? ਕਿਉਂਕਿ ਜਿਵੇਂ ਜਿਵੇਂ ਬੋਡੀ ਫੁੱਲਦੀ ਜਾਂਦੀ ਹੈ ਕਹਿੰਦੇ ਉਹਦੇ ਨੈਗੇਟਿਵ ਇੰਪੈਕਟ ਉਹਦੇ 'ਚ ਇੰਬਾਮਿੰਗ ਪੋਸੀਬਿਲਿਟੀ ਘਟ ਜਾਏਗੀ, ਠੀਕ ਹੈ ਨਾ। ਪਰ ਹਜੇ ਇਸ ਤਰ੍ਹਾਂ ਦਾ ਕੇਸ ਕੋਈ ਆਇਆ ਨਹੀਂ ਮੇਰੀ ਸਮਝ 'ਚ। ਦੇਖੋ ਮੈਂ ਵੀ ਤੁਹਾਨੂੰ ਦੱਸਾਂ, ਪਰ ਮੈਨੂੰ ਲੱਗਦਾ ਉਹ ਚੈਲੰਜਿੰਗ ਹੋਏਗਾ ਸਾਡੇ ਲਈ, ਇੰਬਾਮਿੰਗ ਕਰਨਾ ਚੈਲੰਜਿੰਗ ਹੋਏਗਾ। ਦੂਸਰਾ ਉਹਨਾਂ ਦੇ ਰਿਲੇਟਿਵਸ ਦੀ ਹਿਸਟਰੀ, ਕਿ ਵਾਟ ਇਜ਼ ਦਾ ਕਾਜ਼ ਆਫ ਡੈਥ, ਕੋਈ ਕੌਨਸਪੀਰੇਸੀ ਤਾਂ ਨਹੀਂ ਹੈਗੀ, ਕੋਈ MLC ਕੇਸ ਤਾਂ ਨਹੀਂ ਹੈਗਾ, ਫਿਰ ਸਾਨੂੰ ਉਹਦੇ ਪੁਆਇੰਟ ਆਫ ਵਿਊ ਨਾਲ ਵੀ ਦੇਖਣਾ ਪਊਗਾ। ਹਾਂ, ਅਗਰ ਉਹ ਅਨਫਿਟ ਫॉर ਇੰਬਾਮਿੰਗ ਹੋਈ, ਵੀ ਕੈਨ ਬਰੀ ਫॉर ਬੋਨ ਰਿਟਰੀਵਲ, ਕਰਕੇ ਜਦੋਂ ਉਹਨਾਂ ਦੀ ਡੀਕੰਪੋਜ਼ ਬੋਡੀ ਹੋ ਜਾਏਗੀ, ਉਹਨਾਂ ਦੀ ਬੋਨਸ ਨੂੰ ਐਜ਼ ਅ ਸਕੈਲੇਟਨ ਬਣਾਉਂਦੇ, ਸਕੈਲੇਟਨ ਅਸੀਂ ਯੂਜ਼ ਕਰ ਸਕਦੇ ਹਾਂ, ਜਾਂ ਫਿਰ ਅਸੀਂ ਉਹਨਾਂ ਨੂੰ ਫॉर ਬੋਨ ਪੇਂਟਿੰਗ ਐਕਟੀਵਿਟੀ ਹੈ ਸਾਡੀ, ਇੱਕ ਬੋਡੀ ਪੇਂਟਿੰਗ ਹੁੰਦੀ ਹੈ ਬੋਨਸ 'ਤੇ। ਉਹਦੇ ਵਿੱਚ ਅਸੀਂ ਕੀ ਕਰਦੇ ਹਾਂ, ਬੋਨਸ ਦੇ ਉੱਪਰ ਜਿਵੇਂ ਮਸਲਸ ਅਟੈਚਮੈਂਟ ਹੋਈਆਂ ਹੁੰਦੀਆਂ ਨੇ, ਅਸੀਂ ਸਟੂਡੈਂਟਸ ਨੂੰ ਗਰੁੱਪ 'ਚ ਡਿਵਾਈਡ ਕਰਦੇ ਹਾਂ। ਅਸੀਂ ਉਹਨਾਂ ਨੂੰ ਕਹਿੰਦੇ ਹਾਂ ਤੁਸੀਂ ਸਾਰੇ ਮਸਲ ਸਪੋਜ਼ ਲਿੰਬਸ ਦੇ ਪੜ੍ਹ ਲਏ, ਹੁਣ ਦੱਸੋ ਕਿਹੜੀ ਕਿਹੜੀ ਬੋਨ 'ਤੇ ਕਿਵੇਂ ਕਿਵੇਂ ਮਸਲ ਇਨਸਰਸ਼ਨਸ ਹੈ। ਫਿਰ ਉਹਨਾਂ ਨੂੰ ਯਾਦ ਹੋ ਜਾਂਦਾ ਕਿ ਇਹ ਮਸਲ ਇੱਥੇ ਲੱਗਿਆ, ਇਹ ਜੁਆਇੰਟ ਇੱਥੇ, ਇਹ ਰਿਲੇਸ਼ਨ ਇੱਥੇ। ਅੱਗੇ ਉਹਨਾਂ ਨੂੰ ਔਰਥੋ 'ਚ ਹੈਲਪ ਹੁੰਦੀ ਹੈ, ਸਪੈਸ਼ਲਿਟੀ। ਫਿਰ ਅਨੈਟਮੀ ਨੂੰ ਆਪਾਂ ਕਹਿੰਦੇ ਹਾਂ ਬੈਕਬੋਨ, ਇਟ ਇਜ਼ ਅ ਬੈਕਬੋਨ ਆਫ ਆਲ ਦਾ ਮੈਡੀਕਲ ਸਪੈਸ਼ਲਿਟੀਜ਼। ਔਰ ਉਸ ਦੇ ਲਈ ਇੰਪੋਰਟੈਂਟ ਹੈ ਕਿ ਜੋ ਅਸੀਂ ਪੜ੍ਹਾ ਰਹੇ ਹਾਂ ਉਸੇ ਦਿਖਾਈਏ, ਤਾਂ ਕਿ ਪ੍ਰੈਕਟੀਕਲੀ ਸਾਡੇ ਸਬਜੈਕਟ 'ਚ ਬਹੁਤ ਇੰਪੋਰਟੈਂਟ ਹੈ। ਕਿਉਂਕਿ ਅਗਰ ਅਸੀਂ ਉਹਨਾਂ ਨੂੰ ਹਵਾ 'ਚ ਦੱਸੀ ਜਾਵਾਂਗੇ ਨਾ ਇਸ ਤਰ੍ਹਾਂ ਭੁੱਲ ਜਾਂਦੇ ਹੈ। ਸਭ ਤੋਂ ਔਖਾ ਸਬਜੈਕਟ ਉਹਨਾਂ ਨੂੰ ਅਨੈਟਮੀ ਲੱਗਦਾ, ਸਭ ਤੋਂ ਜ਼ਿਆਦਾ ਟੀਚਿੰਗ ਆਵਰਸ ਵੀ ਅਨੈਟਮੀ ਦੇ ਨੇ। ਲੇਕਿਨ ਆਈ ਐਮ ਥੈਂਕਫੁਲ ਫॉर ਦਿਸ ਬੋਡੀ ਡੋਨੇਸ਼ਨਸ ਕਿ ਇਹ ਸਬਜੈਕਟ ਇਸੇ ਕਰਕੇ ਈਜ਼ੀ ਹੋ ਜਾਂਦਾ, ਕਿਉਂਕਿ ਬੱਚੇ ਜੋ ਦੇਖਦੇ ਨੇ ਸਿੱਖਦੇ ਨੇ, ਦੇ ਲਰਨ ਬਾਈ ਡੂਇੰਗ। ਇਹ ਬਹੁਤ ਵੱਡਾ ਚੈਲੰਜ ਹੈ ਕਿ ਅਗਰ ਉਹਨਾਂ ਕੋਲ ਪ੍ਰੈਕਟੀਕਲ ਕਰਨ ਲਈ ਬੋਡੀ ਨਹੀਂ ਹੋਏਗੀ, ਤੇ ਉਹ ਜਦੋਂ ਆਪਣੀ ਜੌਬ ਜੁਆਇਨ ਕਰਨਗੇ ਉਹ ਕਿਵੇਂ ਇੱਕ ਪੇਸ਼ੈਂਟ ਦੇ ਉੱਪਰ ਰਿਸਕ ਲੈ ਲੈਣਗੇ।
ਹਾਂਜੀ ਇਹ ਹੁਣ ਅਸੀਂ ਉਹਨਾਂ ਨੂੰ ਦੱਸਦੇ ਹਾਂ ਵੀ ਇਹ ਰਿਲੇਸ਼ਨ ਇੱਦਾਂ ਜਦੋਂ ਲਾਈਗੇਟ ਕਰਨਾ ਠੀਕ ਹੈ ਉਹ ਅੱਗੇ ਸਪੈਸ਼ਲਿਟੀਜ਼ 'ਚ ਜਾਣਗੇ ਗਾਇਨੀ ਕਰਨਗੇ ਔਰਥੋ ਕਰਨਗੇ ਉੱਥੇ ਉਹਨਾਂ ਨੂੰ ਹੋਰ ਡੀਪਰ ਨੌਲੇਜ ਮਿਲੇਗੀ ਲੇਕਿਨ ਜੋ ਇੱਕ ਬੱਚਾ ਰॉ +1 +2 ਦਾ ਸਟੂਡੈਂਟ ਆਂਦਾ ਉਹਦੇ ਲਈ ਐਕਸਪੋਜ਼ਰ ਹੋਣਾ ਬਹੁਤ ਜ਼ਰੂਰੀ ਹੈ ਕਿ ਸਾਰੇ ਵਿਸਰਾ ਜੋ ਉਹਨਾਂ ਨੇ +1 +2 ਚ ਪੜ੍ਹੇ ਉਹ ਕਿੱਦਾਂ ਦਿਖਦੇ ਹੈ ਆਪਣੀ ਬੋਡੀ ਦੇ ਅੰਦਰ ਸਟਰਕਚਰਸ ਕਿਸ ਤਰ੍ਹਾਂ ਪਲੇਸਡ ਨੇ ਕਿਵੇਂ ਨੇਚਰ ਨੇ ਉਹਨਾਂ ਨੂੰ ਡਿਜ਼ਾਈਨ ਕੀਤਾ ਕਿਵੇਂ ਆਪਣਾ ਵੈਸਕੂਲਰ ਸਿਸਟਮ ਹੈ ਨਾ क्या बोन्स हैं क्या रिलेशंस हैं हार्ट लंग कैसे पड़े हैं है ना सारे लीवर स्टमक आप बोलते हैं कि खाना स्टमक में जाता है तो उसके अंदर की स्ट्रक्चर्स हैं लीवर के अंदर किमें वैसल्स एंटर तो सारा ਤਾਂ ਹੀ ਦੇਖ ਸਕਦੇ ਨੇ ਜੇ ਆਪਣੇ ਕੋਲ ਓਰੀਜਨਲ ਬੋਡੀਜ਼ ਹੈ ਕਿਉਂਕਿ ਅੱਜ ਕੱਲ੍ਹ ਬਹੁਤ ਜਗ੍ਹਾ ਮੈਂ ਦੇਖਿਆ ਐਨਾਟਮੀ 'ਚ ਟੇਬਲ ਆਉਂਦਾ 1.5-2 ਕਰੋੜ ਦਾ ਠੀਕ ਹੈ ਉਹਦੇ ਵਿੱਚ 3D ਪਿਕਚਰਸ ਦਿਖਾਉਂਦੇ ਨੇ ਠੀਕ ਹੈ ਉਹ ਵੀ ਇੱਕ ਐਡੀਟਿਵ ਹੋ ਸਕਦਾ पर आई थिंक बॉडी डोनेशंस जो हम बॉडीज़ पे पढ़ा रहे हैं उसको कोई रिप्लेस नहीं कर सकता क्योंकि बच्चे टच करके देखते हैं हुण तुसीं एनाटमी टेबल ते आर्टरी वेन नर्व नूं किवें फील करोगे तुहानूं किवें पता लगूगा कि हाँ जी आर्टरी दी फील किद्दां ल्यूमन वेन दा वड्डा आर्टरी दा छोटा ठीक है नर्व विच कोई इलास्टिसिटी नहीं हैगी वो सारियां चीज़ां दे फील all these parts all these things फिर उन्हां नूं लर्न हुंदा ਦਿਖਾ ਰਹੇ ਸੀਗੇ ਨਾ ਆਪਣਾ ਰੂਮ ਜਿੱਥੇ ਕੈਡੇਵਰ ਰੱਖੇ ਹੁੰਦੇ ਨੇ ਤੇ ਉਹ ਮੈਂ ਦੇਖ ਰਹੀ ਸੀ ਉਹਨਾਂ ਦੇ ਪੈਰ ਦਿਖ ਰਹੇ ਸੀ ਨਾ ਉਹਨਾਂ ਦੀ ਸਕਿਨ ਇਦਾਂ ਸੀ ਜਿਵੇਂ ਉਹ ਸਿਲੀਕੋਨ 'ਚ ਕਨਵਰਟ ਹੋ ਗਈ ਹੁੰਦੀ ਹੈ ਨਹੀਂ ਸਿਲੀਕੋਨ ਨਹੀਂ ਉਹ ਪ੍ਰੀਜ਼ਰਵਡ ਹੀ ਹੈ ਹੁਣ ਆਪਣੇ 16 ਫੁੱਟ ਦੀ ਸਕਿਨ ਕੀ ਹੁੰਦੀ ਹੈ ਹਾਰਡ ਹੁੰਦੀ ਹੈ ਠੀਕ ਹੈ ਨਾ ਜਿਵੇਂ ਆਪਾਂ ਬੱਚਿਆਂ ਨੂੰ ਦੱਸਦੇ ਹਾਂ ਕਿ ਪਾਮ ਐਂਡ ਸੋਲ 'ਚ ਥਿਕ ਸਕਿਨ ਹੈ ਇਹ ਥਿਕ ਸਕਿਨ ਦਾ ਐਗਜ਼ਾਮਪਲ ਹੈ ਠੀਕ ਹੈ ਹੁਣ ਉਹ ਆਪਾਂ ਇੰਬਾਮਿੰਗ ਕੀਤੀ ਉਹਨੂੰ ਪ੍ਰੀਜ਼ਰਵ ਕੀਤਾ ਠੀਕ ਹੈ ਨਾ ਫਾਰਮਲਿਨ ਦੇ ਟੈਂਕ 'ਚ ਆਪਾਂ ਪ੍ਰੀਜ਼ਰਵ ਕੀਤਾ ਹੁਣ ਜਦੋਂ ਉਹਨੂੰ ਬਾਹਰ ਕੱਢਾਂਗੇ ਉਹ ਥਿਕਨੈਸ ਦੇ ਕਾਰਨ ਤੁਹਾਨੂੰ ਇਸ ਤਰ੍ਹਾਂ ਸਿਲੀਕੋਨ ਵਰਗੀ ਲੱਗ ਰਹੀ ਹੈ ਹਾਂ ਠੀਕ ਹੈ ਆਲਦੋ ਉੱਥੇ ਡਿਸੈਕਸ਼ਨ ਕਰਨੀ ਟਫ ਹੋਏਗੀ ਕਿਉਂਕਿ ਆਲਰੇਡੀ ਫੇਸ਼ੀਆ ਜੋ ਹੈ ਦੈਟ ਇਜ਼ ਡੀਪ ਫੇਸ਼ੀਆ ਉਹਨੂੰ ਆਪਾਂ ਕਹਿੰਦੇ ਡੀਪ ਫੇਸ਼ੀਆ ਠੀਕ ਹੈ ਉਹਨੂੰ ਨਿਕਾਲਣਾ ਇਜ਼ ਡਿਫਿਕਲਟ ਪਰ ਸਕਿਨਿੰਗ ਕਰਨ ਤੋਂ ਬਾਅਦ ਹੌਲੀ ਹੌਲੀ ਆਪਣੇ ਆਪ ਸਟੈਪਸ ਹੋ ਜਾਂਦੇ ਹੈ ਫਿਰ ਅਸੀਂ ਥੋੜ੍ਹਾ ਗਲਿਸਰੋਲ ਵਗੈਰਾ ਯੂਜ਼ ਕਰਦੇ ਹਾਂ ਉਹਨੂੰ ਥੋੜ੍ਹਾ ਸੌਫਟ ਕਰਦੇ ਹਾਂ ਅਤੇ ਮਸਲਸ ਕੱਢਦੇ ਹਾਂ ਅਪਰ ਸਕਿਨ ਤੇ ਜਿਹੜੀ ਹੈ ਉਹ ਚੇਂਜ ਹੋ ਜਾਂਦੀ ਹੈ ਥੋੜ੍ਹੀ ਜਿਹੀ ਬਿਕੋਜ਼ ਉਹ ਟੈਂਕਸ ਦੇ ਵਿੱਚ ਵੀ ਰਹੀ ਹੈ ਓਬਵੀਅਸਲੀ ਜਿਹੜੀ ਚੀਜ਼ ਇੰਨੇ ਟਾਈਮ ਪਾਣੀ ਦੇ ਵਿੱਚ ਰਹੀ ਹੈ ਤਾਂ ਥੋੜ੍ਹੀ ਉਹ ਹੋਊਗੀ ਪਰ ਜਦੋਂ ਉਹ ਡਾਇਸੈਕਸ਼ਨ ਫਸਟ ਲੇਅਰ ਡਾਇਸੈਕਟ ਕਰਦੇ ਤੇ ਇਨਰ ਜਿਹੜੀ ਬੋਡੀ ਉਹ ਸੇਮ ਐਜ਼ ਇਟ ਇਜ਼ ਰਹਿੰਦੀ ਐਜ਼ ਇਟ ਇਜ਼ ਹੀ ਰਹਿੰਦੀ ਹੈ ਸਾਰਾ ਜਿਵੇਂ ਆਪਾਂ ਪੜ੍ਹਾਉਂਦੇ ਹਾਂ ਸਕਿਨ ਹੈ ਸਕਿਨ ਤੋਂ ਬਾਅਦ ਫੇਸ਼ੀਆ ਦੋ ਤਰ੍ਹਾਂ ਦਾ ਸੁਪਰਫਿਸ਼ੀਅਲ ਡੀਪ जो सुपरफिशियल फेशिया पे कहते हैं येलो फैट है येलोइश इन कलर है वो प्रॉपर दिखता येलो फैट बच्चों को दिखाने कि दिस इज़ द सुपरफिशियल फेशिया जो तुम्हारा फैट है वो ये है जैसे एब्डोमन में बच्चे वो फैट की लेयर रिमूव करते हैं फिर एब्डोमिनल विसरस दिखते हैं उस तो बाद डी फेशिया आप कहते हैं कि मसल्स से ज़्यादा होंगे क्योंकि मसल्स कंपार्टमेंट्स से डिवाइडेड ने और एबडोमन 'ਚ है नहीं क्योंकि एबडोमन की टेंडेंसी होंगी है टू फॉर इंस्पीरेशन फॉर एक्सपेंशन फिर वो फीचर असी दसी दा उस तो बाद अपर लिम 'ਚ आ जाते हैं मसल्स और बोन्स और एबडोमन और थोरैक्स 'ਚ आ जाते हैं अपने विसरास ਜਿਵੇਂ ਹੁਣ ਕਈ ਤੁਸੀਂ ਵੀ ਦੇਖੇ ਹੋਣੇ ਕੇਸਿਸ ਅਬਰੋਡ ਦੇ ਵਿੱਚ ਡੈਥਸ ਹੋ ਜਾਂਦੀਆਂ ਨੇ ਅਤੇ ਉਹਨਾਂ ਦੀ ਫੈਮਿਲੀ ਇੱਥੇ ਅਤੇ ਉਹਨਾਂ ਦੀ ਬੋਡੀਜ਼ ਇੱਥੇ ਪਹੁੰਚਦੀਆਂ ਨੇ ਜਦੋਂ ਉਹ 10-10 12-12 ਦਿਨਾਂ ਬਾਅਦ ਬੋਡੀਜ਼ ਆਉਂਦੀਆਂ ਨੇ ਕਿ ਉਹਨਾਂ ਦੇ ਵਿੱਚ ਵੀ ਹੈ ਨਾ ਉਹਨਾਂ ਨੇ ਇੰਜੈਕਟ ਕੀਤਾ ਹੁੰਦਾ ਫਲੂਇਡ ਇੱਕ ਟੈਕਨੀਕ ਹੁੰਦੀ ਜਿਸ ਨੂੰ ਆਪਾਂ ਕਹਿੰਦੇ ਸੋਸ਼ਲ ਇੰਬਾਮਿੰਗ ਫॉर ट्रांसपोर्टेशन पर्पजेस तो ਉਹਦੇ ਵਿੱਚ दैट इज़ कंपल्सरी एंड दैट इज़ डन बाय सर्टिफाइड इंस्टीट्यूट्स जैसे PGI में होती है ठीक है अगर इंटरस्टेट भी बॉडी की ट्रांसपोर्टेशन करनी है सपोज किसी की डेथ इतने होगी मोहाली चंडीगढ़ तो वो नॉर्थ ईस्ट के हैं फिर सोशल इंबामिंग PGI 'ਚ फैसिलिटी अवेलेबल है साढ़े असी वी आर ट्राइंग टू इंप्लीमेंट इट बट हजे साढ़े सोशल इंबामिंग पाइपलाइन 'ਚ है हाँ ਬਹੁਤ ਇੰਪੋਰਟੈਂਟ ਅਵੇਅਰਨੈਸ ਜਿਹੜੀ ਅੱਜ ਦਿੱਤੀ ਹੈ ਐਂਡ ਵੀ ਵਿਸ਼ ਕਿ ਇਹ ਅਵੇਅਰਨੈਸ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਕਿਉਂਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਅੱਜ ਵੀ ਪਿੱਛੇ ਰਹਿ ਜਾਂਦੇ ਹਾਂ ਜੇਕਰ ਅਸੀਂ ਪ੍ਰੈਕਟੀਕਲ ਬੱਚਿਆਂ ਤੱਕ ਨਹੀਂ ਪਹੁੰਚਾਵਾਂਗੇ ਤਾਂ ਉਹਨਾਂ ਨੂੰ ਨਈ ਇਨਫੋਰਮੇਸ਼ਨ ਹੋਏਗੀ ਜਦੋਂ ਕਹਿੰਦੇ ਸਾਹ ਹੀ ਨਿਕਲ ਗਏ ਪ੍ਰਾਣ ਹੀ ਚਲੇ ਗਏ ਆਤਮਾ ਚਲੀ ਗਈ ਫਿਰ ਤਾਂ ਇਹ ਸਰੀਰ ਹੀ ਹੈ ਅਤੇ ਫਿਰ ਜੇ ਸਰੀਰ ਵੀ ਕਿਸੇ ਦੇ ਕੰਮ ਆ ਜਾਏ ਤਾਂ ਇਸ ਤੋਂ ਵੱਡਾ ਦਾਨ ਮੈਨੂੰ ਲੱਗਦਾ ਕੋਈ ਹੋ ਨਹੀਂ ਸਕਦਾ ਅਕਸਰ ਅਸੀਂ ਜਿਉਂਦੇ 'ਚ ਹੀ ਦਾਨ ਕਰਦੇ ਹਾਂ ਪਰ ਜਾਣ ਤੋਂ ਬਾਅਦ ਦਾ ਜਿਹੜਾ ਸਰੀਰ ਦਾਨ ਹੈ ਦੇਹ ਦਾਨ ਹੈ ਇਹ ਮਹਾਦਾਨ ਹੈ ਇਸ ਨੂੰ ਮੈਨੂੰ ਲੱਗਦਾ ਇਸ ਨੂੰ ਗਤੀ ਦੀ ਲੋੜ ਨਹੀਂ ਹੈਗੀ ਉਹ ਪਤਾ ਨਹੀਂ ਕਿੰਨੀਆਂ ਜੂਨਾਂ ਭੋਗ ਕੇ ਅਤੇ ਰੱਬ ਕਿੱਥੇ ਭੇਜ ਦਿੰਦਾ ਇਨਸਾਨ ਨੂੰ ਇਸ ਪਲੇਟਫਾਰਮ 'ਤੇ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗੀ ਕਿ ਅਗਰ ਤੁਸੀਂ ਬੋਡੀ ਡੋਨੇਸ਼ਨ ਕਰਦੇ ਹੋ ਫਿਰ ਆਪਣਾ ਮਨ ਤੁਹਾਡਾ ਕਲੈਰਿਟੀ should be there should be no mental barrier there should be no compulsion from any side ਤੁਹਾਡਾ ਮਨ ਦਾ ਇਸ ਨੋਬਲ ਕੰਮ ਲਈ ਫਿਰ ਤੁਸੀਂ ਕਰੋ ਅਦਰਵਾਈਜ਼ ਜੇ ਤੁਸੀਂ ਕਨਫਿਊਜ਼ਡ ਹੋ ਟੇਕ ਸਮ ਟਾਈਮ
ਟੇਕ ਸਮ ਟਾਈਮ ਫॉर ਡਿਸੀਜਨ। ਠੀਕ ਹੈ, ਤੁਸੀਂ ਆ ਕੇ ਦੇਖੋ, ਤੁਸੀਂ ਮੈਡੀਕਲ ਕਾਲਜ ਵਿਜ਼ਿਟ ਕਰੋ, ਤੁਸੀਂ ਡਿਪਾਰਟਮੈਂਟਸ ਜਾਓ, ਉਹਨਾਂ ਦੇ ਟੀਚਰਸ ਨੂੰ ਮਿਲੋ, ਡਾਕਟਰਸ ਨੂੰ ਮਿਲੋ, ਸਾਰਾ ਪ੍ਰੋਸੀਜਰ ਦੇਖੋ। ਅਸੀਂ ਇਸ ਤਰ੍ਹਾਂ ਨਹੀਂ ਤੁਹਾਨੂੰ ਕਹਿ ਰਹੇ ਕਿ ਤੁਸੀਂ ਪਹਿਲਾਂ ਆਪਣਾ ਮੈਂਟਲ ਬੈਰੀਅਰ, ਕਿਉਂਕਿ ਇਹ ਸਭ ਵਿਲਿੰਗਨੈਸ ਹੈ ਆਪਣੀ। ਠੀਕ ਹੈ, ਪਹਿਲਾਂ ਤੁਹਾਡਾ ਮਨ ਤਿਆਰ ਹੋਏਗਾ, ਤੁਹਾਡੇ ਮਨ ਨੂੰ ਪਰਸੀਵ ਕਰਨ ਦੀ ਸ਼ਕਤੀ ਹੋਏਗੀ ਨਾ, ਓਨਲੀ ਦੈਨ ਦੈਟ ਥਿੰਗਸ ਵਿਲ ਹੈਪਨ। ਨਹੀਂ ਤਾਂ ਤੁਸੀਂ ਡੋਨੇਸ਼ਨ ਕਰਤੀ ਜਾਂ ਤੁਹਾਡੇ ਰਿਲੇਟਿਵ ਸੋਚਦੇ ਰਹੇ, ਉਹਦਾ ਕੋਈ ਫਾਇਦਾ ਨਹੀਂ। ਉਹ ਦਾਨ ਦਾ ਕੋਈ ਫਾਇਦਾ ਨਹੀਂ ਜਿੱਥੇ ਤੁਸੀਂ ਰਿਗਰੈਟ ਕਰੋ। ਤੁਸੀਂ ਉਹ ਦਾਨ ਕਰੋ ਜਿੱਥੇ ਤੁਸੀਂ ਦੇ ਕੇ ਭੁੱਲ ਗਏ ਕਿ ਬਸ ਤੁਸੀਂ ਆਪਣੇ ਮਾਈਂਡ 'ਚ ਕਲੀਅਰ ਹੋ। ਮੇਰਾ ਇਹ ਮੈਸੇਜ ਜ਼ਰੂਰ ਹੈ ਕਿ ਇਹ ਕੁਝ, ਹਾਂ, ਇਹ ਬਹੁਤ ਵੱਡਾ ਡਿਸੀਜਨ ਹੈ। ਕੋਈ ਮੈਂਟਲ ਬੈਰੀਅਰ ਨਹੀਂ ਹੋਣਾ ਚਾਹੀਦਾ, ਤੁਹਾਨੂੰ ਪੂਰੀ ਅਵੇਅਰਨੈਸ ਹੋਣੀ ਚਾਹੀਦੀ ਹੈ। ਠੀਕ ਹੈ, ਤੁਹਾਨੂੰ ਸਾਰਾ ਪ੍ਰੋਸੀਜਰ ਪਤਾ ਹੋਣਾ ਚਾਹੀਦਾ। ਫਿਰ ਤੁਹਾਨੂੰ ਥੋੜ੍ਹਾ ਟਾਈਮ ਆਪਣਾ ਤੁਸੀਂ ਲਓ ਸੋਚਣ ਲਈ। ਇਸ ਤਰ੍ਹਾਂ ਨਹੀਂ ਕਿ ਸਾਰੇ ਇੱਕ ਉਸ 'ਚ ਲੱਗੇ ਹੋ। ਤੁਸੀਂ ਆਪਣਾ, ਇਹ ਤੁਹਾਡਾ ਆਪਣਾ ਪਰਸਨਲ ਹੈ, ਕਿਉਂਕਿ ਬੋਡੀ ਤੁਹਾਡੀ ਆਪਣੀ ਹੈ। ਬੋਡੀ ਹੀ ਤੇ ਆਪਣੀ ਹੈ, ਬਾਕੀ ਤੇ ਸਭ ਮੋਹ ਮਾਇਆ ਹੈ। ਮੈਂ ਇਹ ਜ਼ਰੂਰ ਕਹੂੰਗੀ ਕਿ ਮੇਕ ਯੂਰ ਮਾਈਂਡ, ਟੇਕ ਟਾਈਮ। ਠੀਕ ਹੈ, ਵਿਜ਼ਿਟ ਮੈਡੀਕਲ ਕਾਲਜਿਸ, ਸੀ ਦਾ ਡਿਪਾਰਟਮੈਂਟ, ਸੀ ਦੇਅਰ ਫੰਕਸ਼ਨਿੰਗ। ਤੁਸੀਂ ਦੇਖੋ ਉੱਥੇ ਕਿਵੇਂ ਲੈਂਦੇ ਨੇ, ਤੁਸੀਂ ਦੇਖੋ ਬੱਚੇ ਕਿਵੇਂ ਪੜ੍ਹਦੇ ਨੇ। ਤੁਹਾਡਾ ਫਿਰ ਜੋ ਵਿਚਾਰ ਬਣਦਾ ਤੁਸੀਂ ਉਹਨੂੰ ਫਿਰ ਅੱਗੇ ਆਪਣਾ ਪ੍ਰੋਸੈਸ ਕਰੋ। ਪਰ ਇੱਦਾਂ ਨਹੀਂ ਕਿ ਹਾਂਜੀ ਵੀ ਪਹਿਲਾਂ ਤੁਸੀਂ ਸਾਰਾ ਪ੍ਰੋਸੀਜਰ ਸਮਝੋ। ਯੈਸ। ਤੇ ਅਸੀਂ ਤੁਹਾਨੂੰ ਨਿਊ ਬੈਚ ਜਦੋਂ ਸਟਾਰਟ ਹੋਏਗਾ, ਕਿਵੇਂ ਓਥ ਲਿੱਤੀ ਜਾਂਦੀ ਹੈ, ਕਿਵੇਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਉਹ ਵੀ ਹੁੰਦੀ ਆ, ਅਸੀਂ ਦਿਖਾਵਾਂਗੇ। ਕੈਡੇਵਰੀ ਕੋਥ ਕਿਵੇਂ ਹੁੰਦੀ ਆ, ਅਸੀਂ ਦਿਖਾਵਾਂਗੇ। ਔਰ ਡਿਸੈਕਸ਼ਨ ਸਟੈਪਸ, ਜੈਸੇ ਸਪੋਜ਼ ਅਸੀਂ ਬੱਚਿਆਂ ਨੂੰ ਪੜ੍ਹਾਉਣ ਲਈ ਡਿਸੈਕਸ਼ਨ ਸਟਾਰਟ ਕਰਾਂਗੇ, ਉਹ ਵੀ ਦਿਖਾਵਾਂਗੇ ਤੁਹਾਨੂੰ। ਉਹਦੀਆਂ ਅਸੀਂ ਛੋਟੀ ਵੀਡੀਓਜ਼ ਤੁਹਾਨੂੰ ਸ਼ੇਅਰ ਜ਼ਰੂਰ ਕਰਾਂਗੇ। ਤੇ ਅੱਜ ਦਾ ਮੈਨੂੰ ਲੱਗਦਾ ਪੋਡਕਾਸਟ ਕਾਫੀ ਇਨਫੋਰਮੇਟਿਵ ਤੁਹਾਡੇ ਲਈ ਰਿਹਾ ਹੋਏਗਾ, ਐਂਡ ਉਮੀਦ ਹੈ ਕਿ ਅਜਿਹੇ ਹੋਰ ਪੋਡਕਾਸਟ ਦੇ ਜ਼ਰੀਏ ਮੈਂ ਤੁਹਾਡੇ ਨਾਲ ਰੂਬਰੂ ਹੁੰਦੀ ਰਹਾਂਗੀ। ਔਰ ਜਿਵੇਂ ਮੈਮ ਨੇ ਕਿਹਾ ਕਿ ਇਟ ਸ਼ੁੱਡ ਬੀ ਯੋਰ ਓਨ ਡਿਸੀਜਨ। ਤੁਹਾਡਾ ਮਾਈਂਡ ਪ੍ਰਿਪੇਅਰ ਹੋਣਾ ਚਾਹੀਦਾ ਹੈ। ਮਾਈਂਡ ਸੈਟ ਅਗਰ ਤੁਹਾਡਾ ਸਟਰੋਂਗ ਹੋਏਗਾ, ਦੈਨ ਓਨਲੀ ਯੂ ਕੈਨ ਟੇਕ ਦਿਸ ਡਿਸੀਜਨ। ਔਰ ਜੇਕਰ ਤੁਸੀਂ ਵਿਜ਼ਿਟ ਕਰਨਾ ਚਾਹੁੰਦੇ ਹੋ ਹਸਪੀਟਲਸ ਆ ਕੇ ਜਾਂ ਮੈਡੀਕਲ ਕਾਲਜਿਸ, ਉਹ ਵੀ ਜਿਹੜੀ ਤੁਹਾਡੇ ਕੋਲ ਓਪਰਚੁਨਿਟੀ ਹੈਗੀ ਆ, ਤੁਸੀਂ ਆ ਕੇ ਮਿਲ ਸਕਦੇ ਹੋ, ਦੇਖ ਸਕਦੇ ਹੋ, ਤਾਂ ਕਿ ਤੁਹਾਨੂੰ ਪੂਰਾ ਪ੍ਰੋਸੀਜਰ ਪਤਾ ਚੱਲ ਸਕੇ, ਪੂਰੀ ਪ੍ਰੋਸੀਜਰ ਬਾਰੇ ਜਾਣਕਾਰੀ ਹੋ ਸਕੇ। ਅੱਜ ਲਈ ਇੰਨਾ ਹੀ, ਜਲਦੀ ਮੁੜ ਕੇ ਹਾਜ਼ਰ ਹੋਣੇ ਆ। ਤਦ ਤੱਕ ਲਈ ਤੁਹਾਡਾ ਤੇ ਸਾਡਾ ਰੱਬ ਰੱਖਾ। ਸਤਿ ਸ਼੍ਰੀ ਅਕਾਲ।